ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ NSKF ਈ-ਲਰਨਿੰਗ ਕੰਟੈਂਟ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਗੁਰਦੀਪ ਸਿੰਘ ਵੋਕੇਸ਼ਨਲ ਟ੍ਰੇਨਰ ਰਿਟੇਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਪੜ੍ਹਾ ਰਿਹਾ ਹਾਂ। ਅੱਜ ਅਸੀਂ NSKF ਲੈਵਲ 3 ਜਮਾਤ 11ਵੀਂ ਦੇ ਯੂਨਿਟ 1 ਪ੍ਰਚੂਨ ਦੀ ਬੁਨਿਆਦ ਬਾਰੇ ਪੜ੍ਹਾਂਗੇ। ਇਸ ਯੂਨਿਟ ਦੇ ਵਿੱਚ ਅਸੀਂ ਜਿਹੜਾ ਸਾਡੇ ਵਿਸ਼ਾ ਸੂਚੀ ਹੈ ਉਸ ਵਿੱਚ 4 ਸੈਸ਼ਨ ਹਨ, ਜਿਨ੍ਹਾਂ ਵਿੱਚ ਪਹਿਲਾ ਸੈਸ਼ਨ ਹੈ ਪ੍ਰਚੂਨ ਦੀ ਮੁੱਢਲੀ ਜਾਣਕਾਰੀ। ਇਸ ਸੈਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਪ੍ਰਚੂਨ ਦੇ ਜਿਹੜੇ ਬੇਸਿਕਸ ਇਨਫੋਰਮੇਸ਼ਨ ਹੈ ਕਿ ਪ੍ਰਚੂਨ ਕਿੱਥੋਂ ਬਣਿਆ ਜਾਂ ਪ੍ਰਚੂਨ ਵਰਡ ਕਿੱਥੋਂ ਆਇਆ ਜਾਂ ਪ੍ਰਚੂਨ ਐਕਚੁਅਲ 'ਚ ਹੈ ਕੀ ਹੈ ਉਹਦੇ ਬਾਰੇ। ਦੂਸਰਾ ਜਿਹੜਾ ਸੈਸ਼ਨ ਹੈ ਸਾਡਾ ਹੈ ਪ੍ਰਚੂਨ ਦੀ ਰੂਪਰੇਖਾ। ਇਸ ਸੈਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਪ੍ਰਚੂਨ ਦੇ ਵਿੱਚ ਕਿਹੜੇ ਪ੍ਰਚੂਨਕਾਰ ਆ ਜਾਂਦੇ ਆ, ਕਿਸ ਕਿਸਮ ਦੇ ਪ੍ਰਚੂਨਕਾਰ ਆ ਜਾਂਦੇ ਆ ਅਤੇ ਕਿਹੜੀ ਤਰ੍ਹਾਂ ਦੇ ਪ੍ਰਚੂਨਕਾਰ ਹੁੰਦੇ ਹਨ। ਤੀਜਾ ਜਿਹੜਾ ਸੈਸ਼ਨ ਹੈ ਉਹ ਹੈ ਪ੍ਰਚੂਨ ਵਪਾਰੀ ਦੇ ਕਾਰਜ, ਮਤਲਬ ਕਿ ਪ੍ਰਚੂਨਕਾਰ ਜਾਂ ਪ੍ਰਚੂਨ ਵਪਾਰੀ ਕੀ ਕਾਰਜ ਕਰਦਾ ਹੈ ਪ੍ਰਚੂਨ ਵਿੱਚ ਰਹਿ ਕੇ। ਚੌਥਾ ਸੈਸ਼ਨ ਹੈ ਜਿਹੜਾ ਉਹ ਸੈਸ਼ਨ ਹੈ ਕਿ ਪ੍ਰਚੂਨ ਦੇ ਝੁਕਾਅ ਮੀਨਸ ਪ੍ਰਚੂਨ ਦੇ ਟ੍ਰੈਂਡਸ ਦਾ ਮੀਨਿੰਗ ਇਹ ਹੈ ਕਿ ਪ੍ਰਚੂਨ ਦੀ ਜਿਹੜੀ ਮਾਰਕੀਟ ਹੈ ਜਾਂ ਬਾਜ਼ਾਰ ਹੈ ਉਹਦੇ ਵਿੱਚ ਕਿਹੜੀ ਐਡਵਾਂਸਮੈਂਟਸ ਹੋਈਆਂ ਨੇ ਜਾਂ ਉਹਦੇ ਵਿੱਚ ਕੀ ਨਵੀਆਂ ਤਕਨੀਕਾਂ ਆ ਚੁੱਕੀਆਂ ਨੇ, ਇਹਨਾਂ ਦੇ ਬਾਰੇ। ਪਹਿਲਾ ਜਿਹੜਾ ਸਾਡਾ ਸੈਸ਼ਨ ਹੈ ਉਸ ਦੇ ਬਾਰੇ ਹੁਣ ਅਸੀਂ ਪੜ੍ਹਾਂਗੇ, ਜਿਹੜਾ ਉਸ ਦਾ ਨਾਮ ਹੈ ਪ੍ਰਚੂਨ ਦੀ ਮੁੱਢਲੀ ਜਾਣਕਾਰੀ। ਪ੍ਰਚੂਨ ਦਾ ਸੰਬੰਧ ਜਿਹੜਾ ਉਹ ਵਪਾਰਿਕ ਗਤੀਵਿਧੀਆਂ ਨਾਲ ਹੈ, ਜਿਸ ਵਿੱਚ ਪ੍ਰਚੂਨਕਾਰ ਵੱਲੋਂ ਵਸਤੂਆਂ ਅਤੇ ਸੇਵਾਵਾਂ ਗਾਹਕਾਂ ਦੀ ਲੋੜ ਦੇ ਅਨੁਸਾਰ ਘੱਟ ਮਾਤਰਾ ਵਿੱਚ ਵੇਚਿਆ ਜਾਂਦਾ ਹੈ। ਇਸ ਵਿੱਚ ਪ੍ਰਚੂਨਕਾਰ ਹੈ ਜਿਹੜਾ ਉਹ ਗਾਹਕਾਂ ਜਾਂ ਉਪਭੋਗਤਾਵਾਂ ਨੂੰ ਆਪਣੀਆਂ ਜਿਹੜੀਆਂ ਵਸਤੂਆਂ ਨੇ ਜਾਂ ਸੇਵਾਵਾਂ ਨੇ ਉਹ ਥੋੜ੍ਹੀ ਮਾਤਰਾ ਦੇ ਵਿੱਚ ਗਾਹਕਾਂ ਨੂੰ ਵੇਚਦਾ ਹੈ। ਪ੍ਰਚੂਨ ਵਿੱਚ ਇਹ ਸਾਰੇ ਕੰਮ ਪ੍ਰਚੂਨਕਾਰ ਵੱਲੋਂ ਕੀਤੇ ਜਾਂਦੇ ਹਨ। ਪ੍ਰਚੂਨਕਾਰ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਪ੍ਰਚੂਨ ਸ਼ਬਦ ਜਿਹੜਾ ਹੈ ਕਿ ਉਹ ਫ੍ਰੈਂਚ ਭਾਸ਼ਾ ਦੇ ਸ਼ਬਦ ਰਿਟੇਲਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਟੁਕੜੇ ਨੂੰ ਤੋੜਨਾ ਜਾਂ ਵੱਡੀ ਚੀਜ਼ ਨੂੰ ਤੋੜਨਾ। ਇਸ ਤਰ੍ਹਾਂ ਅਸੀਂ ਪ੍ਰਚੂਨ ਤੋਂ ਭਾਵ ਕਿਸੇ ਵਪਾਰਕ ਗਤੀਵਿਧੀ ਤੋਂ ਲੈਂਦੇ ਹਾਂ, ਕਿਉਂਕਿ ਇਸ ਵਿੱਚ ਜਿਹੜਾ ਹੈ ਕਿ ਜ਼ਿਆਦਾ ਕੁਆਂਟਿਟੀ ਦੇ ਵਿੱਚ ਥੋਕ ਵਿਕਰੇਤਾ ਤੋਂ ਸਮਾਨ ਖਰੀਦ ਕੇ ਪ੍ਰਚੂਨਕਾਰ ਕੀ ਕਰਦਾ ਹੈ ਕਿ ਉਹ ਗਾਹਕਾਂ ਅਤੇ ਉਪਭੋਗਤਾਵਾਂ ਨੂੰ ਥੋੜ੍ਹੀ ਮਾਤਰਾ ਦੇ ਵਿੱਚ ਵੇਚਦਾ ਹੈ, ਜਿਸ ਨਾਲ ਉਹ ਪ੍ਰਚੂਨ ਵਪਾਰ ਨੂੰ ਚਲਾਈ ਰੱਖਦਾ ਹੈ। ਇਸ ਵਿੱਚ ਗਾਹਕਾਂ ਨੂੰ ਇਕੱਠਾ ਸਮਾਨ ਨਹੀਂ ਦਿੱਤਾ ਜਾਂਦਾ, ਜਿਸ ਦੇ ਸਦਕਾ ਗਾਹਕਾਂ ਨੂੰ ਇੱਕ ਆਪਸ਼ਨ ਮਿਲ ਜਾਂਦੀ ਹੈ ਕਿ ਉਹ ਥੋੜ੍ਹਾ ਸਮਾਨ ਖਰੀਦ ਸਕਦੇ ਹਨ, ਚਾਹੇ ਉਹ 1 ਕੁਆਂਟਿਟੀ ਹੋਵੇ, ਚਾਹੇ ਉਹ 10 ਕੁਆਂਟਿਟੀਆਂ ਹੋਣ ਜਾਂ ਉਹ 100 ਹੋਣ। ਇਸ ਵਿੱਚ ਖਰੀਦੀ ਗਈ ਕੋਈ ਵੀ ਵਸਤੂ ਜਾਂ ਸੇਵਾਵਾਂ ਨਿੱਜੀ ਜਾਂ ਘਰੇਲੂ ਉਪਯੋਗ ਲਈ ਕੀਤੀ ਜਾਂਦੀ ਹੈ। ਪ੍ਰਚੂਨ ਵਪਾਰ ਹੈ ਜਿਹੜਾ ਉਹ ਦਿਨੋਂ ਦਿਨ ਬਹੁਤ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਵਿੱਚ ਥੋੜ੍ਹਾ ਸਮਾਂ ਪਹਿਲਾਂ ਅਸੀਂ ਰੋਜ਼ਾਨਾ ਵਰਤੋਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜਾਂ ਬਹੁਤ ਸਾਰੀਆਂ ਵਸਤਾਂ ਜਿਹੜੀਆਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਜਾਂ ਬਾਜ਼ਾਰਾਂ ਤੋਂ ਖਰੀਦਦੇ ਸੀ, ਬਟ ਅੱਜ ਕੱਲ੍ਹ ਅਜਿਹਾ ਹੋ ਰਿਹਾ ਹੈ ਕਿ ਇਸ ਵਿੱਚ ਸਮੇਂ ਦੇ ਨਾਲ ਪਰੰਪਰਾਗਤ ਜਿਹੜੇ ਫੇਰੀ ਵਾਲੇ ਜਾਂ ਕਰਿਆਨੇ ਵਾਲੇ ਜਾਂ ਪਾਨ ਦੀਆਂ ਦੁਕਾਨਾਂ ਹੁੰਦੀਆਂ ਸੀ, ਉਹਨਾਂ ਦੀ ਜਗ੍ਹਾ ਆਧੁਨਿਕ ਸੁਪਰ ਬਾਜ਼ਾਰ, ਵਿਭਾਗੀ ਸਟੋਰ ਹੈ ਜਿਹੜੇ ਜਾਂ ਹਾਈਪਰ ਬਾਜ਼ਾਰ ਸ਼ਾਪਿੰਗ ਮਾਲਾਂ ਨੇ ਲੈ ਲਈ ਹੈ, ਅਤੇ ਗੈਰ ਪ੍ਰਚੂਨ ਭੰਡਾਰ ਇਕਾਈਆਂ ਜਿਵੇਂ ਕਿ ਮਲਟੀ ਲੈਵਲ ਮਾਰਕੀਟਿੰਗ ਅਤੇ ਟੈਲੀ ਸ਼ਾਪਿੰਗ ਵੀ ਇਸ ਵਿੱਚ ਰਲਦੇ ਜਾ ਰਹੇ ਹਨ। ਬਦਲਦੀਆਂ ਲੋੜਾਂ ਅਤੇ ਉਪਭੋਗਤਾਵਾਂ ਦੀਆਂ ਇੱਛਾਵਾਂ ਨਾਲ ਪ੍ਰਚੂਨ ਖੇਤਰ ਹੈ ਜਿਹੜਾ ਉਹ ਵਾਧਾ ਲਾਜ਼ਮੀ ਹੈ, ਅਤੇ ਇਹ ਬਹੁਤ ਤੇਜ਼ੀ ਨਾਲ ਵਿਸ਼ਵਾਸਯੋਗ ਬਣ ਰਿਹਾ ਹੈ ਅਤੇ ਉਤਸ਼ਾਹਪੂਰਨ ਕਰੀਅਰ ਵਿਕਲਪ ਵੀ ਦੇ ਰਿਹਾ ਹੈ। ਅਗਲਾ ਜਿਹੜਾ ਟੌਪਿਕ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਵੰਡ ਪ੍ਰਣਾਲੀ। ਇਹ ਵੰਡ ਪ੍ਰਣਾਲੀ ਵਿੱਚ ਜਿਹੜੇ ਸਾਡੇ ਸਟਾਰਟਿੰਗ ਹੁੰਦੀ ਹੈ ਉਹ ਹੁੰਦੀ ਹੈ ਕਿ ਰॉ ਮਟੀਰੀਅਲ ਹੈ ਜਿਹੜਾ ਕਿ ਜਿਸ ਨੂੰ ਆਪਾਂ ਕੱਚਾ ਮਾਲ ਵੀ ਕਹਿ ਦਿੰਦੇ ਹਾਂ, ਜਿਸ ਤੋਂ ਤਿਆਰ ਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਫਿਨਿਸ਼ ਗੁੱਡਸ ਵਗੈਰਾ ਬਣਾਏ ਜਾਂਦੇ ਹਨ ਫੈਕਟਰੀ ਜਾਂ ਮੈਨੂਫੈਕਚਰਿੰਗ ਹੱਬ ਦੇ ਵਿੱਚ। ਇਸ ਦੀ ਜਿਹੜੀ ਸਟਾਰਟਿੰਗ ਹੈ ਆਪਾਂ ਕਹਿ ਸਕਦੇ ਹਾਂ ਕਿ ਰॉ ਮਟੀਰੀਅਲ ਤੋਂ ਹੁੰਦੀ ਹੈ। ਰॉ ਮਟੀਰੀਅਲ ਜਿਹੜੇ ਉਹ ਸਪਲਾਈ ਕਰਕੇ, ਜਿਹੜਾ ਨੀਚੇ ਇੱਕ ਦੇਖ ਰਹੇ ਹੋ ਤੁਸੀਂ ਟਰੱਕ ਦੀ ਸ਼ੇਪ ਦੇ ਵਿੱਚ ਬਣਿਆ ਸਪਲਾਇਰ ਹੈ ਜਿਹੜੇ ਉਹ ਰॉ ਮਟੀਰੀਅਲ ਇਕੱਠਾ ਕਰਕੇ ਮੈਨੂਫੈਕਚਰਿੰਗ ਹੱਬ ਜਾਂ ਫੈਕਟਰੀ ਦੇ ਵਿੱਚ ਭੇਜਦੇ ਹਨ। ਉਹ ਕੋਈ ਵੀ ਕੰਪਨੀ ਵਗੈਰਾ ਜਾਂ ਕਿਸੇ ਦਾ ਵੀ ਹੋ ਸਕਦਾ ਹੈ ਜਾਂ ਫਰਮ ਵਗੈਰਾ ਦਾ ਹੋ ਸਕਦਾ। ਤਿਆਰ ਮਾਲ ਨੂੰ ਬਣਾਉਣ ਵਾਲੀ ਜਿਹੜੀ ਫੈਕਟਰੀ ਜਾਂ ਕੰਪਨੀ ਨੂੰ ਅਸੀਂ ਮੈਨੂਫੈਕਚਰਰ ਕਹਿ ਸਕਦੇ ਹਾਂ, ਜਾਂ ਜਿਹਨੂੰ ਉਤਪਾਦਨ ਕਰਤਾ ਵੀ ਕਿਹਾ ਜਾ ਸਕਦਾ ਹੈ। ਉਤਪਾਦਨ ਕਰਤਾ ਫਿਨਿਸ਼ ਪ੍ਰੋਡਕਟ ਵਗੈਰਾ ਜਾਂ ਤਿਆਰ ਕਰਕੇ ਡਿਸਟਰੀਬਿਊਟਰਸ ਜਾਂ ਹੋਲਸੇਲਰਸ ਜਾਂ ਸਪਲਾਇਰਸ ਦੇ ਥਰੂ, ਜਿਨ੍ਹਾਂ ਨੂੰ ਆਪਾਂ ਥੋਕ ਵਿਕਰੇਤਾ ਵੀ ਕਹਿ ਦਿੰਦੇ ਹਨ, ਉਹਨਾਂ ਦੇ ਥਰੂ ਰਿਟੇਲਰਸ ਪ੍ਰਚੂਨਕਾਰਾਂ ਨੂੰ ਵੇਚਦੇ ਹਨ। ਇਹ ਬਹੁਤ ਹੀ ਵੱਡੀ ਕੁਆਂਟਿਟੀ ਦੇ ਵਿੱਚ ਜਿਹੜਾ ਵਸਤੂਆਂ ਆਪਣੀਆਂ ਜਿਹੜੀਆਂ ਹੈਗੀਆਂ ਉਹ ਪ੍ਰਚੂਨਕਾਰ ਨੂੰ ਵੇਚਦੇ ਹਨ। ਪ੍ਰਚੂਨਕਾਰ ਇਹਨਾਂ ਤੋਂ ਵਸਤੂਆਂ ਪ੍ਰਾਪਤ ਕਰਕੇ ਅੱਗੇ
ਕਸਟਮਰਸ ਗਾਹਕਾਂ ਨੂੰ ਜਾਂ ਉਪਭੋਗਤਾਵਾਂ ਨੂੰ ਵੇਚਦੇ ਹਨ। ਜਿਹੜੇ ਪ੍ਰਚੂਨਕਾਰ ਹਨ ਉਹ ਗਾਹਕਾਂ ਨੂੰ ਵਸਤੂਆਂ ਜਿਹੜੀਆਂ ਉਹ ਥੋੜ੍ਹੀ ਮਾਤਰਾ ਦੇ ਵਿੱਚ ਵੇਚਦੇ ਹਨ। ਇੱਥੇ ਜਿਹੜਾ ਫ਼ਰਕ ਹੈ ਵੰਡ ਪ੍ਰਣਾਲੀ ਦੇ ਵਿੱਚ ਸਿਰਫ ਇਹ ਹੈ ਕਿ ਜਿਹੜਾ ਮੈਨੂਫੈਕਚਰਰ ਹੈ ਉਹ ਵੀ ਬਹੁਤ ਵੱਡੀ ਕੁਆਂਟਿਟੀ ਦੇ ਵਿੱਚ ਜਿਹੜਾ ਥੋਕ ਵਿਕਰੇਤਾਵਾਂ ਨੂੰ ਵਸਤੂਆਂ ਅਤੇ ਸੇਵਾਵਾਂ ਵਗੈਰਾ ਪ੍ਰੋਵਾਈਡ ਕਰਵਾਉਂਦਾ, ਅਤੇ ਇਸੇ ਤਰ੍ਹਾਂ ਥੋਕ ਵਿਕਰੇਤਾ ਜਿਹੜਾ ਉਹ ਵੀ ਪ੍ਰਚੂਨਕਾਰ ਨੂੰ ਵੱਡੀ ਜਾਂ ਕਹਿ ਲਓ ਕਿ ਜ਼ਿਆਦਾ ਕੁਆਂਟਿਟੀ ਦੇ ਵਿੱਚ ਆਪਣੀਆਂ ਵਸਤੂਆਂ ਜਾਂ ਸੇਵਾਵਾਂ ਹੈ ਉਹ ਪ੍ਰਚੂਨਕਾਰ ਨੂੰ ਦਿੰਦਾ ਹੈ। ਪਰ ਜਿਹੜਾ ਰਿਟੇਲਰ ਹੈ ਉਹ ਐਂਡ ਕੰਜ਼ਿਊਮਰ ਜਾਂ ਕਸਟਮਰ ਨੂੰ ਥੋੜ੍ਹੀ ਮਾਤਰਾ ਦੇ ਵਿੱਚ ਇਹ ਸਭ ਚੀਜ਼ਾਂ ਪ੍ਰੋਵਾਈਡ ਕਰਵਾਉਂਦਾ। ਇਸ ਵੰਡ ਪ੍ਰਣਾਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਿੰਨੇ ਐਰੋ ਹੈ ਉਹ ਸਾਰੇ ਐਂਡ ਕਸਟਮਰ ਵੱਲ ਨੂੰ ਜਾਂਦੇ ਹਨ, ਅਤੇ ਕੋਈ ਵੀ ਵਸਤੂ ਜਾਂ ਸੇਵਾਵਾਂ ਉਹ ਅਖੀਰ ਦੇ ਵਿੱਚ ਕਸਟਮਰ ਨੂੰ ਹੀ ਮਿਲਦੀ ਹੈ। ਪਰ ਇਸ ਵਿੱਚ ਜਿਹੜਾ ਮੁੱਖ ਕੰਮ ਕੀਤਾ ਜਾਂਦਾ ਪ੍ਰਚੂਨਕਾਰ ਵੱਲੋਂ ਉਹ ਇਹ ਵੀ ਕੀਤਾ ਜਾਂਦਾ ਹੈ ਕਿ ਉਹ ਕਸਟਮਰ ਤੋਂ ਸਾਰੀ ਜਾਣਕਾਰੀ ਵਸਤੂਆਂ ਜਾਂ ਸੇਵਾਵਾਂ ਦੀ ਲੈ ਕੇ ਅੱਗੇ ਥੋਕ ਵਿਕਰੇਤਾ ਨੂੰ ਵੀ ਵਾਪਸ ਉਹਦਾ ਫੀਡਬੈਕ ਦਿੰਦਾ ਹੈ, ਅਤੇ ਉਹੀ ਫੀਡਬੈਕ ਥੋਕ ਵਿਕਰੇਤਾ ਜਿਹੜਾ ਉਹ ਮੈਨੂਫੈਕਚਰਰ ਜਾਂ ਉਤਪਾਦਨਕਰਤਾ ਜਾਂ ਆਪਾਂ ਕਹਿ ਦਈਏ ਕਿ ਕੰਪਨੀ ਜਿਹੜੀ ਉਹ ਪ੍ਰੋਡਕਟ ਬਣਾ ਰਹੀ ਹੈ ਉਸ ਨੂੰ ਵੀ ਦਿੰਦਾ ਹੈ, ਤਾਂ ਕਿ ਉਸ ਨੂੰ ਪਤਾ ਚੱਲ ਸਕੇ ਕਿ ਉਸ ਵੱਲੋਂ ਬਣਾਏ ਉਤਪਾਦ ਠੀਕ ਹਨ ਜਾਂ ਨਹੀਂ। ਅੱਗੇ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਪ੍ਰਚੂਨ ਵਪਾਰ ਦੀਆਂ ਕਿਸਮਾਂ। ਪ੍ਰਚੂਨ ਵਪਾਰ ਹੈ ਜਿਹੜਾ ਉਹ ਦੋ ਕਿਸਮਾਂ ਹਨ, ਉਸ ਦੀਆਂ ਦੋ ਤਰ੍ਹਾਂ ਦਾ ਹੈ। ਪਹਿਲਾ ਹੈ ਸੰਗਠਿਤ ਪ੍ਰਚੂਨ ਅਤੇ ਗੈਰ ਸੰਗਠਿਤ ਪ੍ਰਚੂਨ ਵਪਾਰ। ਸੰਗਠਿਤ ਪ੍ਰਚੂਨ ਵਪਾਰ ਹੈ ਜਿਹੜਾ ਉਸ ਵਿੱਚ ਹੈ ਕਿ ਵੱਡੀਆਂ ਇਕਾਈਆਂ ਹੁੰਦੀਆਂ ਨੇ, ਜਿਸ ਵਿੱਚ ਕੀ ਹੁੰਦਾ ਕਿ ਸੰਗਠਿਤ ਪ੍ਰਚੂਨ ਇਕਾਈਆਂ ਵੱਡੀ ਮਾਤਰਾ ਵਿੱਚ ਵਸਤਾਂ ਜਾਂ ਸੇਵਾਵਾਂ ਪ੍ਰਚੂਨ ਸਾਧਨਾਂ ਰਾਹੀਂ ਉਪਲਬਧ ਕਰਵਾਉਂਦੀਆਂ ਹਨ। ਇਸ ਵਿੱਚ ਵਿਕਰੀ ਦਾ ਸਥਾਨ ਵੀ ਕਾਫੀ ਵੱਡਾ ਹੁੰਦਾ ਹੈ। ਸਟੋਰ ਦੀ ਯੋਜਨਾ ਅਤੇ ਡਿਜ਼ਾਈਨ ਕਾਫੀ ਆਕਰਸ਼ਕ ਹੁੰਦੇ ਹਨ ਅਤੇ ਗਾਹਕਾਂ ਲਈ ਕਾਫੀ ਆਰਾਮਦਾਇਕ ਹੁੰਦਾ ਹੈ। ਇਸ ਵਪਾਰ ਵਿੱਚ ਨਿਵੇਸ਼ ਲਈ ਜ਼ਿਆਦਾ ਰਾਸ਼ੀ ਦੀ ਲੋੜ ਹੁੰਦੀ ਹੈ ਅਤੇ ਕਰਮਚਾਰੀਆਂ ਦੀ ਗਿਣਤੀ ਹੈ ਜਿਹੜੀ ਉਹ ਵੀ ਜ਼ਿਆਦਾ ਹੁੰਦੀ ਹੈ। ਕਿਉਂਕਿ ਇਸ ਨੂੰ ਚਲਾਉਣ ਦੇ ਲਈ ਜਿਹੜੇ ਕਰਮਚਾਰੀ ਆ ਉਹ ਜ਼ਿਆਦਾ ਗਿਣਤੀ ਦੇ ਵਿੱਚ ਇਸ ਲਈ ਚਾਹੀਦੇ ਹਨ, ਕਿਉਂਕਿ ਇਹ ਵਪਾਰ ਹੈ ਜਿਹੜਾ ਉਹ ਬਹੁਤ ਵੱਡਾ ਹੁੰਦਾ ਹੈ। ਇਸ ਨੂੰ ਚਲਾਉਣ ਦੇ ਲਈ ਲਾਇਸੈਂਸ ਦੀ ਵੀ ਜ਼ਰੂਰਤ ਪੈਂਦੀ ਹੈ, ਜੋ ਕਿ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਸਰਕਾਰ ਤੋਂ ਲੈਂਦੇ ਹਨ। ਇਸ ਵਿੱਚ ਜਿਹੜੇ ਆਪਾਂ ਗੱਲ ਕਰ ਲਈਏ ਕਿ ਕਈ ਤਰ੍ਹਾਂ ਦੇ ਪ੍ਰਚੂਨਕਾਰ ਹਨ, ਜਿਵੇਂ ਕਿ ਬਿਗ ਬਾਜ਼ਾਰ, ਈਜ਼ੀ ਡੇ, ਮੋਰ ਜਾਂ ਰਿਲਾਇੰਸ ਮਾਰਟ, ਰਿਲਾਇੰਸ ਫਰੈਸ਼ ਜਾਂ ਰਿਲਾਇੰਸ ਡਿਜੀਟਲ ਵਰਲਡ, ਜਾਂ ਹੋਰ ਵੀ ਕਈ ਕੰਪਨੀਆਂ ਨੇ ਜਿਵੇਂ ਵਾਲਮਾਰਟ ਵਗੈਰਾ ਵੀ ਕਹਿ ਸਕਦੇ ਹਾਂ ਆਪਾਂ, ਕਿ ਸੰਗਠਿਤ ਪ੍ਰਚੂਨ ਦਾ ਕੰਮ ਕਰ ਰਹੇ ਹਨ। ਅਤੇ ਅੱਗੇ ਜਿਹੜਾ ਦੂਸਰੀ ਕਿਸਮ ਹੈ ਸਾਡੀ ਪ੍ਰਚੂਨ ਵਪਾਰ ਦੀ, ਉਹ ਹੈ ਕਿ ਗੈਰ ਸੰਗਠਿਤ ਪ੍ਰਚੂਨ। ਗੈਰ ਸੰਗਠਿਤ ਪ੍ਰਚੂਨ ਵਿੱਚ ਕੀ ਹੈ ਕਿ ਕੁਝ ਕੁ ਹੀ ਵਸਤਾਂ ਜਾਂ ਸੇਵਾਵਾਂ ਵੇਚੀਆਂ ਜਾਂਦੀਆਂ ਹਨ। ਇਸ ਵਿੱਚ ਜਿਹੜਾ ਵਿਕਰੀ ਦਾ ਸਥਾਨ ਹੈ ਉਹ ਵੀ ਕਾਫੀ ਛੋਟਾ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਯੋਜਨਾ ਜਾਂ ਡਿਜ਼ਾਈਨ ਵਗੈਰਾ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਚਲਾਉਣ ਦੇ ਲਈ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਿਲਡਿੰਗ ਵਗੈਰਾ ਦੀ ਵੀ ਜ਼ਰੂਰਤ ਨਹੀਂ ਪੈਂਦੀ। ਅਤੇ ਇਸ ਵਪਾਰ ਵਿੱਚ ਜਿਹੜਾ ਨਿਵੇਸ਼ ਹੈ ਉਹ ਵੀ ਘੱਟ ਰਾਸ਼ੀ ਨਾਲ ਹੀ ਕੀਤਾ ਜਾ ਸਕਦਾ ਹੈ। ਮਤਲਬ ਇਸ ਨੂੰ ਚਲਾਉਣ ਦੇ ਲਈ ਜਿਹੜੀ ਆਪਣੇ ਕੋਲ ਪੈਸਾ ਚਾਹੀਦਾ ਇਸ ਵਪਾਰ ਨੂੰ ਚਲਾਉਣ ਦੇ ਲਈ, ਉਹ ਘੱਟ ਪੈਸਿਆਂ ਨਾਲ ਵੀ ਸਰ ਸਕਦਾ ਹੈ, ਕਿਉਂਕਿ ਸੰਗਠਿਤ ਪ੍ਰਚੂਨ ਹੈ ਜਿਹੜਾ ਉਸ ਨੂੰ ਚਲਾਉਣ ਦੇ ਲਈ ਉਹ ਵੱਡੇ ਪੱਧਰ 'ਤੇ ਕੰਮ ਕਰਦਾ ਹੈ ਅਤੇ ਉਸ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇਹ ਗੈਰ ਸੰਗਠਿਤ ਹੈ ਜਿਹੜਾ ਉਸ ਦੇ ਵਿੱਚ ਘੱਟ ਰਾਸ਼ੀ ਦੀ ਜ਼ਰੂਰਤ ਹੁੰਦੀ ਹੈ। ਅਤੇ ਜਿਹੜਾ ਗੈਰ ਸੰਗਠਿਤ ਪ੍ਰਚੂਨ ਹੈ ਇਸ ਨੂੰ ਚਲਾਉਣ ਦੇ ਲਈ ਕੋਈ ਲਾਇਸੈਂਸ ਵਗੈਰਾ ਦੀ ਵੀ ਜ਼ਰੂਰਤ ਨਹੀਂ ਪੈਂਦੀ, ਜਿਹੜਾ ਕਿ ਆਪਾਂ ਸਰਕਾਰ ਤੋਂ ਲੈਂਦੇ ਹਾਂ, ਕਿਉਂਕਿ ਜਿਹੜੀ ਸੰਗਠਿਤ ਪ੍ਰਚੂਨ ਹੈ ਉਹ ਟੈਕਸ ਵਗੈਰਾ ਪੇ ਕਰਦੇ ਨੇ, ਇਸ ਲਈ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਸਰਕਾਰ ਨੂੰ ਕੋਈ ਵੀ ਸੰਗਠਿਤ ਪ੍ਰਚੂਨ ਕਰਨ ਦੇ ਲਈ। ਬਟ ਜਿਹੜੇ ਗੈਰ ਸੰਗਠਿਤ ਪ੍ਰਚੂਨ ਵਪਾਰੀ ਨੇ ਉਹਨਾਂ ਨੂੰ ਕੰਮ ਕਰਨ ਦੇ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਜਾਂ ਟੈਕਸ ਵਗੈਰਾ ਪੇ ਨਹੀਂ ਕਰਨਾ ਪੈਂਦਾ ਅਤੇ ਲਾਇਸੈਂਸ ਨਹੀਂ ਲੈਣਾ ਪੈਂਦਾ। ਗੈਰ ਸੰਗਠਿਤ ਪ੍ਰਚੂਨਕਾਰ ਜਿਵੇਂ ਕਿ ਰੇਹੜੀ ਵਾਲੇ, ਫੜੀਆਂ ਵਾਲੇ ਜਾਂ ਪੰਸਾਰੀ ਵਾਲੇ ਆਦਿ ਇਹਨਾਂ ਨੂੰ ਕਿਹਾ ਜਾ ਸਕਦਾ ਹੈ। ਅਗਲਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਕਿ ਪ੍ਰਚੂਨ ਵਪਾਰੀਆਂ ਦਾ ਵਰਗੀਕਰਨ। ਇਸ ਵਿੱਚ ਜਿਹੜਾ ਪਹਿਲਾ ਵਰਗੀਕਰਨ ਆ ਜਾਂਦਾ ਹੈ ਉਸ ਵਿੱਚ ਹੈ ਕਿ ਵਿਭਾਗੀ ਸਟੋਰ, ਡਿਪਾਰਟਮੈਂਟਲ ਸਟੋਰ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ। ਇਸ ਵਿੱਚ ਕੀ ਹੈ ਕਿ ਅਲੱਗ-ਅਲੱਗ ਡਿਪਾਰਟਮੈਂਟ ਬਣੇ ਹੁੰਦੇ ਆ, ਜਿਵੇਂ ਕਿ ਇਲੈਕਟ੍ਰੋਨਿਕਸ ਦਾ ਡਿਪਾਰਟਮੈਂਟ ਅਲੱਗ ਹੁੰਦਾ ਹੈ ਜਾਂ ਬੈਕ ਕਾਊਂਟਰ ਵਗੈਰਾ ਅਲੱਗ ਹੁੰਦੇ ਆ, ਸਬਜ਼ੀਆਂ ਦਾ ਜਿਹੜਾ ਡਿਪਾਰਟਮੈਂਟ ਹੈ, ਵੈਜੀਟੇਬਲਸ ਦਾ, ਫਰੂਟ ਐਂਡ ਵੈਜੀਟੇਬਲਸ, ਉਹ ਅਲੱਗ ਹੁੰਦੇ ਹਨ। ਇਸ ਤਰ੍ਹਾਂ ਇਸ ਡਿਪਾਰਟਮੈਂਟਲ ਸਟੋਰ ਦੇ ਵਿੱਚ ਕਈ ਤਰ੍ਹਾਂ ਦੀਆਂ ਭਿੰਨ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਉਹ ਗਾਹਕਾਂ ਦੇ ਲਈ ਉਪਲਬਧ ਹੁੰਦੀਆਂ ਹਨ। ਅਗਲਾ ਜਿਹੜਾ ਸਾਡਾ ਸਟੋਰ ਦੀ ਕਿਸਮ ਹੈ ਜਾਂ ਪ੍ਰਚੂਨ ਵਪਾਰੀ ਦੀ ਵਰਗੀਕਰਨ ਹੈ ਉਹ ਹੈ ਕਟੌਤੀ ਸਟੋਰ। ਕਟੌਤੀ ਸਟੋਰ ਨੂੰ ਆਪਾਂ ਡਿਸਕਾਊਂਟ ਸਟੋਰ ਵੀ ਕਹਿ ਦਿੰਦੇ ਹਨ। ਡਿਸਕਾਊਂਟ ਸਟੋਰ ਦੇ ਵਿੱਚ ਜਿਹੜਾ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ, ਜਿਵੇਂ ਕਿ ਉਹਨਾਂ ਨੂੰ ਜਿੰਨੇ ਵੀ ਪ੍ਰੋਡਕਟ ਜਾਂ ਵਸਤੂਆਂ ਵਗੈਰਾ ਆਪਾਂ ਕਹਿ ਦਿੰਦੇ ਹਾਂ ਕਿ ਉਹ ਡਿਸਕਾਊਂਟ ਰੇਟ 'ਤੇ ਮਿਲਦੇ ਆ ਮਾਰਕੀਟ ਨਾਲੋਂ, ਇਸ ਲਈ ਇਹਨਾਂ ਨੂੰ ਕਟੌਤੀ ਸਟੋਰ ਵੀ ਕਿਹਾ ਜਾਂਦਾ ਹੈ। ਤੀਸਰਾ ਜਿਹੜਾ ਸਟੋਰ ਹੈ ਜਾਂ ਵਰਗੀਕਰਨ ਹੈ ਉਹ ਹੈ ਮੌਮ ਅਤੇ ਪੌਪ ਸਟੋਰ।
ਮੋਮ ਅਤੇ ਪੌਪ ਸਟੋਰ ਹੈ ਜਿਹੜੇ ਉਹ ਕਾਫੀ ਇੱਕ ਜਾਂ ਦੋ ਵਿਅਕਤੀਆਂ ਵੱਲੋਂ ਹੀ ਚਲਾਇਆ ਜਾਂਦਾ ਹੈ ਅਤੇ ਇਹ ਕਾਫੀ ਛੋਟੇ ਪੱਧਰ 'ਤੇ ਕੀਤਾ ਜਾਂਦਾ ਹੈ ਕੰਮ। ਇਸ ਵਿੱਚ ਘੱਟ ਗਿਣਤੀ ਦੀਆਂ ਚੋਣਵੇਂ ਹੀ ਪ੍ਰੋਡਕਟ ਹੈ ਜਿਹੜੇ ਉਹ ਰੇਂਜ ਹੁੰਦੀ ਹੈ। ਅਤੇ ਇਸ ਸਟੋਰ ਜਿਹੜਾ ਮੋਮ ਐਂਡ ਪੌਪ ਸਟੋਰ ਹੈ, ਇਸ ਨੂੰ ਘਰੇਲੂ ਵਪਾਰ ਲਈ ਪਰਿਵਾਰ ਦੁਆਰਾ ਹੀ ਚਲਾਇਆ ਜਾਂਦਾ ਹੈ ਅਤੇ ਵੇਖਿਆ ਜਾਂਦਾ ਹੈ। ਅਗਲਾ ਜਿਹੜਾ ਸਾਡਾ ਟੌਪ ਸਟੋਰ ਹੈ ਉਹ ਹੈ ਵਿਸ਼ੇਸ਼ਤਾ ਸਟੋਰ, ਸਪੈਸ਼ਲਿਟੀ ਸਟੋਰ ਵੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਸਪੈਸ਼ਲਿਟੀ ਸਟੋਰ ਤੋਂ ਭਾਵ ਹੈ ਕਿ ਉੱਥੇ ਇੱਕ ਹੀ ਕਿਸਮ ਦੀ ਜਿਹੜੀ ਸਪੈਸ਼ਲ ਜਿਹੜੀ ਵਸਤੂ ਜਾਂ ਪ੍ਰੋਡਕਟ ਵਗੈਰਾ ਹੀ ਵੇਚਿਆ ਜਾਂਦਾ ਹੈ। ਉਸ ਵਿੱਚ ਹੋਰ ਕੋਈ ਵੀ ਜਿਵੇਂ ਆਪਾਂ ਕਹਿ ਦਈਏ ਕਿ ਵਸਤੂ ਨਹੀਂ ਵੇਚੀ ਜਾਊਗੀ। ਫੋਰ ਐਗਜ਼ਾਮਪਲ ਆਪਾਂ ਮੈਡੀਕਲ ਸਟੋਰ ਦੀ ਆਪਾਂ ਇੱਕ ਜੇ ਐਗਜ਼ਾਮਪਲ ਲੈ ਲਈਏ, ਸਿਰਫ ਉੱਥੇ ਦਵਾਈਆਂ ਦੀਆਂ ਦੁਕਾਨਾਂ ਦੇ ਉੱਤੇ ਜਾਂ ਕੈਮਿਸਟ ਸ਼ਾਪ ਦੇ ਉੱਤੇ ਸਟੋਰ ਦੇ ਉੱਤੇ ਸਿਰਫ ਦਵਾਈਆਂ ਹੀ ਮਿਲਣਗੀਆਂ, ਤੁਹਾਨੂੰ ਉੱਥੇ ਆਈਸਕ੍ਰੀਮ ਜਾਂ ਕੋਈ ਹੋਰ ਪ੍ਰੋਡਕਟ ਜਾਂ ਉਤਪਾਦ ਨਹੀਂ ਮਿਲੂਗਾ, ਉਪਲਬਧ ਨਹੀਂ ਹੋਵੇਗਾ। ਅਗਲਾ ਜਿਹੜਾ ਹੈ ਕਿ ਹਾਈਪਰ ਅਤੇ ਸੁਪਰਮਾਰਕੀਟ। ਹਾਈਪਰ ਅਤੇ ਸੁਪਰਮਾਰਕੀਟ ਵੀ ਜਿਵੇਂ ਆਪਾਂ ਫੋਰ ਐਗਜ਼ਾਮਪਲ ਗੱਲ ਕਰ ਲਈਏ ਬਿਗ ਬਾਜ਼ਾਰ ਜਾਂ ਈਜ਼ੀ ਡੇ ਵਾਂਗ ਹੀ ਹੈ, ਜਿੱਥੇ ਹਰ ਇੱਕ ਤਰ੍ਹਾਂ ਦੀ ਵਸਤੂ ਹੈ ਜਿਹੜੀਆਂ ਪ੍ਰੋਡਕਟ ਵਗੈਰਾ ਜਿਹੜੇ ਉਹ ਤੁਹਾਨੂੰ ਇੱਕ ਹੀ ਛੱਤ ਹੇਠ ਗਾਹਕਾਂ ਨੂੰ ਉਪਲਬਧ ਹੁੰਦੇ ਹਨ। ਇਸ ਤੋਂ ਬਾਅਦ ਅਗਲਾ ਹੈ ਈ ਪ੍ਰਚੂਨ ਵਪਾਰੀ। ਈ ਪ੍ਰਚੂਨ ਵਪਾਰੀ ਆਪਾਂ ਕਹਿ ਲਈਏ ਕਿ ਆਨਲਾਈਨ ਸਟੋਰ ਜਿਹੜੇ ਕੰਮ ਕਰਦੇ ਆ ਪ੍ਰਚੂਨਕਾਰ, ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ। ਆਨਲਾਈਨ ਸਟੋਰਾਂ ਦੇ ਬਾਰੇ ਜਿਵੇਂ ਆਪਾਂ ਕਹਿ ਲਈਏ ਕਿ ਫਲਿੱਪਕਾਰਟ, ਐਮੇਜ਼ੋਨ ਜਾਂ ਸਨੈਪਡੀਲ, ਮਿੰਤਰਾ ਵਗੈਰਾ ਕੰਮ ਕਰਦੇ ਹਨ। ਇਹ ਜਿਹੜੀ ਕਿਸਮ ਹੈ ਇਹ ਸਿਰਫ ਆਪਾਂ ਲੈਪਟਾਪ ਜਾਂ ਕੰਪਿਊਟਰ ਦੇ ਥਰੂ ਹੀ ਇਹਨਾਂ ਦੇ ਵਿੱਚ ਆਪਣੀ ਆਨਲਾਈਨ ਹੋ ਕੇ ਜਾਂ ਇੰਟਰਨੈਟ ਦੇ ਥਰੂ ਪ੍ਰੋਡਕਟ ਜਾਂ ਉਤਪਾਦ ਵਗੈਰਾ ਖਰੀਦ ਸਕਦੇ ਹਾਂ। ਅਗਲਾ ਜਿਹੜੀ ਵਰਗੀਕਰਨ ਹੈ ਉਹ ਹੈ ਕਿ ਵੇਚਣ ਵਾਲੀਆਂ ਮਸ਼ੀਨਾਂ, ਜਿਨ੍ਹਾਂ ਨੂੰ ਵੈਂਡਿੰਗ ਮਸ਼ੀਨਸ ਵੀ ਕਿਹਾ ਜਾਂਦਾ ਹੈ। ਇਹ ਬਹੁਤ ਆਮ ਦੇਖਣ ਨੂੰ ਨਹੀਂ ਮਿਲਦੀਆਂ ਕਿਉਂਕਿ ਇਹ ਕਿਤੇ ਕਿਤੇ ਹੀ ਉਪਲਬਧ ਹਨ। ਅਗਰ ਆਪਾਂ ਭਾਰਤ ਦੇਸ਼ ਦੇ ਵਿੱਚ ਗੱਲ ਕਰੀਏ ਕਿ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ, ਕਿਉਂਕਿ ਭਾਰਤ ਹੈ ਜਿਹੜਾ ਇੱਕ ਡਿਵੈਲਪਿੰਗ ਨੇਸ਼ਨ ਹੈ। ਇਸ ਲਈ ਇਹ ਜਿਹੜੀਆਂ ਮਸ਼ੀਨਾਂ ਨੇ ਮੈਕਸੀਮਮ ਆਪਾਂ ਦੇਖਿਆ ਜਾਵੇ ਕਿ ਏਅਰਪੋਰਟ ਵਗੈਰਾ ਦੇ ਉੱਤੇ ਮਿਲਦੀਆਂ ਨੇ ਜਾਂ ਮੈਟਰੋ ਸਿਟੀਜ਼ ਦੇ ਵਿੱਚ ਜਿਵੇਂ ਦਿੱਲੀ ਵਗੈਰਾ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਵਿੱਚ ਕੀ ਹੁੰਦਾ ਕਿ ਮਸ਼ੀਨਾਂ ਦੇ ਵਿੱਚ ਉਤਪਾਦ ਰੱਖੇ ਜਾਂਦੇ ਹਨ ਅਤੇ ਗਾਹਕ ਹੈ ਜਿਹੜਾ ਉਹ ਆਪਣਾ ਪ੍ਰੋਡਕਟ ਇਹਨਾਂ ਮਸ਼ੀਨਾਂ ਦੇ ਉੱਤੇ ਹੀ ਸਿਲੈਕਟ ਕਰਕੇ ਖਰੀਦ ਸਕਦਾ ਹੈ। ਇਹ ਸੀ ਸਾਡਾ ਫਸਟ ਸੈਸ਼ਨ ਜਿਸ ਦੇ ਬਾਰੇ ਆਪਾਂ ਹੁਣ ਪੜ੍ਹਿਆ। ਹੁਣ ਅਸੀਂ ਅਗਲੇ ਸੈਸ਼ਨ ਦੇ ਬਾਰੇ ਗੱਲ ਕਰਾਂਗੇ। ਅਗਲਾ ਸੈਸ਼ਨ ਜਿਹੜਾ ਸਾਡਾ ਸੈਕਿੰਡ ਹੈ ਉਹ ਹੈ ਪ੍ਰਚੂਨ ਰੂਪਰੇਖਾ। ਪ੍ਰਚੂਨ ਰੂਪਰੇਖਾ ਜਿਹੜਾ ਹੈ ਇਸ ਵਿੱਚ ਅਸੀਂ ਪੜ੍ਹਾਂਗੇ ਪਹਿਲਾਂ ਕਿ ਪ੍ਰਚੂਨ ਵਪਾਰੀਆਂ ਦੇ ਵਰਗੀਕਰਨ ਦੇ ਤਰੀਕੇ ਕਿਹੜੇ-ਕਿਹੜੇ ਹਨ। ਕਿ ਜਿਹੜੀਆਂ ਆਪਾਂ ਫਸਟ ਸੈਸ਼ਨ ਦੇ ਵਿੱਚ ਆਪਾਂ ਪ੍ਰਚੂਨ ਵਪਾਰੀਆਂ ਦਾ ਵਰਗੀਕਰਨ ਪੜ੍ਹਿਆ ਸੀ ਉਹਦੇ ਨਾਲ ਹੀ ਮਿਲਦਾ ਜੁਲਦਾ ਇਹ ਜਿਹੜਾ ਸੈਸ਼ਨ ਹੈ। ਇਸ ਦੇ ਵਿੱਚ ਆਪਾਂ ਜਿਹੜੇ ਪ੍ਰਚੂਨ ਵਪਾਰੀਆਂ ਦੇ ਵਰਗੀਕਰਨ ਹੈ ਉਹਨਾਂ ਨੂੰ ਅੱਗੇ ਕਿਵੇਂ ਵਰਗੀਕਰਨ ਦੀਆਂ ਵੀ ਕਿਸਮਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਪਹਿਲਾ ਹੈ ਮੰਡੀਕਰਨ ਦਾ ਨਿਸ਼ਾਨਾ। ਮਤਲਬ ਕਿ ਜਿਹੜੇ ਵਪਾਰੀ ਹੈ ਉਹ ਮਾਰਕੀਟ ਨੂੰ ਟਾਰਗੇਟ ਕਰਕੇ ਕਿਵੇਂ ਉਹਨਾਂ ਨੂੰ ਆਪਾਂ ਕੈਟੇਗਰਾਈਜ਼ ਕੀਤਾ ਜਾ ਸਕਦਾ ਹੈ। ਉਸ ਤੋਂ ਅਗਲਾ ਹੈ ਉਤਪਾਦਾਂ ਦੀ ਵਿਕਰੀ, ਮਤਲਬ ਕਿ ਕਿਹੜੇ ਉਤਪਾਦ ਜਾਂ ਵਿਸ਼ੇਸ਼ ਵੰਨਗੀ ਉਤਪਾਦ ਹੈ ਜਿਹੜੇ ਉਹ ਵੇਚਦੇ ਆ ਪ੍ਰਚੂਨਕਾਰ। ਤੀਸਰਾ ਜਿਹੜਾ ਹੈ ਮੁੱਲ ਬਣਤਰ ਤੋਂ ਭਾਵ ਹੈ ਕਿ ਜਿਹੜੇ ਪ੍ਰਚੂਨ ਵਪਾਰੀ ਜਾਂ ਪ੍ਰਚੂਨਕਾਰ ਨੇ ਉਹ ਕਿਸ ਕਿਸਮ ਦੇ ਆ, ਕਿਸ ਮੁੱਲ ਦੇ ਉੱਤੇ ਮਤਲਬ ਪ੍ਰੋਡਕਟ ਵੇਚਦੇ ਆ। ਫੋਰ ਐਗਜ਼ਾਮਪਲ ਆਪਾਂ ਇੱਕ ਅਗਰ ਗੱਲ ਕਰੀਏ ਕਿ ਜਿਹੜੇ ਛੋਟੇ ਪ੍ਰੋਡਕਟ ਵਗੈਰਾ ਜਾਂ ਘੱਟ ਕੀਮਤ ਵਾਲੇ ਪ੍ਰੋਡਕਟ ਹੈ ਜਿਵੇਂ 100-200 ਜਾਂ 1000 ਤੱਕ, ਕੋਈ 2000 ਤੱਕ ਦੇ ਪ੍ਰੋਡਕਟ ਰੱਖਦਾ। ਕਈ ਜਿਹੜੇ ਪ੍ਰਚੂਨ ਵਪਾਰੀ ਆ ਉਹ ਲੱਖ ਦੇ 2-2 ਲੱਖ ਜਾਂ ਕਰੋੜਾਂ ਦੇ ਜਿਹੜੇ ਉਤਪਾਦ ਹੈ ਉਹ ਰੱਖਦੇ ਆ। ਅਗਲੀ ਜਿਹੜੀ ਕਿਸਮ ਹੈ ਉਹ ਹੈ ਕਿ ਤਰੱਕੀ ਤੇ ਜ਼ੋਰ, ਮਤਲਬ ਕਿ ਤਰੱਕੀ ਦੇ ਜ਼ੋਰ ਦਾ ਭਾਵ ਇਹ ਹੈ ਕਿ ਉਹ ਕਿਹੜੀ ਨਵੀਆਂ ਤਕਨੀਕਾਂ ਵਗੈਰਾ ਯੂਜ਼ ਕਰਕੇ ਰਿਟੇਲ ਵਪਾਰ ਨੂੰ ਵਧਾ ਰਹੇ ਹਨ। ਉਸ ਤੋਂ ਅਗਲਾ ਹੈ ਕਿ ਸ਼੍ਰੇਣੀ ਵੰਡ ਵਿਧੀ, ਮਤਲਬ ਕਿ ਉਤਪਾਦਾਂ ਦੀ ਕੈਟਾਗਰਾਈਜ਼ ਕਰਕੇ ਜਿਹੜੇ ਪ੍ਰਚੂਨ ਵਪਾਰੀ ਆ ਉਹ ਆਪਣਾ ਪ੍ਰਚੂਨ ਵਪਾਰ ਕਰ ਰਹੇ ਹਨ। ਉਸ ਤੋਂ ਅਗਲਾ ਹੈ ਸੇਵਾ ਪੱਧਰ, ਕਿ ਜਿਹੜੇ ਪ੍ਰਚੂਨ ਵਪਾਰੀ ਆ ਉਹ ਕਿਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਹਨ, ਕਿਉਂਕਿ ਅਲੱਗ-ਅਲੱਗ 3 ਤਰ੍ਹਾਂ ਦੀਆਂ ਸੇਵਾਵਾਂ ਇਹਦੇ ਵਿੱਚ ਸਵੈ ਸੇਵਾ ਹੋ ਸਕਦੀ ਹੈ, ਸਹਿਮੀ ਸੇਵਾ ਹੋ ਸਕਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਸ ਤੋਂ ਅਗਲਾ ਜਿਹੜਾ ਹੈ ਉਹ ਹੈ ਮਲਕੀਅਤ ਬਣਤਰ, ਕਿ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਕਿਸ ਕਿਸਮ ਦੇ ਆ। ਜਿਵੇਂ ਫੋਰ ਐਗਜ਼ਾਮਪਲ ਕਹਿ ਲਈਏ ਕਿ ਆਪਾਂ ਫਰੈਂਚਾਈਜ਼ੀ ਸਟੋਰ ਹੈ ਜਾਂ ਉਹ ਲੜੀਬੱਧ ਚੇਨ ਸਿਸਟਮ ਦੇ ਵਿੱਚ ਕੰਮ ਕਰ ਰਹੇ ਹਨ ਜਾਂ ਉਹ ਨਿੱਜੀ ਉਹਨਾਂ ਦਾ ਆਪਣਾ ਇੱਕ ਵਪਾਰ ਹੈ। ਇਸੇ ਤਰ੍ਹਾਂ ਹੁਣ ਆਪਾਂ ਮੰਡੀਕਰਨ ਦਾ ਨਿਸ਼ਾਨਾ ਦੇਖਾਂਗੇ ਕਿ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਮੰਡੀਕਰਨ ਨਿਸ਼ਾਨੇ ਦੇ ਹਿਸਾਬ ਨਾਲ ਕਿਵੇਂ ਕੰਮ ਕਰਦੇ ਹਨ। ਪਹਿਲਾ ਜਿਹੜੀ ਮਾਰਕੀਟ ਹੈ ਉਹ ਹੈ ਕਿ ਮਾਸ ਮਾਰਕੀਟ ਕਿਹਾ ਜਾਂਦਾ ਹੈ ਕਿ ਜਿਵੇਂ ਬਹੁਤ ਵੱਡੀ ਇੱਕ ਮੰਡੀ ਹੋਵੇ ਜਾਂ ਮਾਰਕੀਟ ਹੋਵੇ ਜਿਹਦੇ ਵਿੱਚ ਬਹੁਤ ਸਾਰੇ ਪ੍ਰਚੂਨਕਾਰ ਆ ਕੇ ਕੰਮ ਕਰਦੇ ਹਨ। ਦੂਸਰੀ ਜਿਹੜੀ ਕਿਸਮ ਹੈ ਕਿ ਇੱਕ ਮਾਤਰ ਮੰਡੀ ਕਿ ਜਿਹਦੇ ਵਿੱਚ ਇੱਕ ਹੀ ਵੰਨਗੀ ਦੇ ਜਿਹੜੇ ਉਤਪਾਦ ਵੇਚੇ ਜਾਂਦੇ ਹਨ। ਜਿਵੇਂ ਆਪਾਂ ਕਹਿ ਲਈਏ ਕਿ ਸਿਰਫ ਸਬਜ਼ੀ ਮੰਡੀ ਹੈ ਜਿਵੇਂ ਉਹਦੇ ਵਿੱਚ ਸਿਰਫ ਸਬਜ਼ੀਆਂ ਹੀ ਵੇਚੀਆਂ ਜਾਂਦੀਆਂ ਹਨ ਅਤੇ ਉਹਦੇ ਵਿੱਚ ਹੋਰ ਕੋਈ ਕਿਸਮ ਦਾ ਆ ਕੇ ਜਿਹੜਾ ਪ੍ਰਚੂਨ ਵਪਾਰੀ ਹੈ ਉਹ ਕੰਮ ਨਹੀਂ ਕਰਦਾ।
ਜਿਹੜੀ ਆਪਾਂ ਕਹਿ ਲਈਏ ਕਿ ਮਾਸ ਮਾਰਕੀਟ, ਉਹਦੇ ਵਿੱਚ ਹਰੇਕ ਤਰ੍ਹਾਂ ਦੇ ਜਾਂ ਹਰੇਕ ਉਤਪਾਦ ਦੇ ਤੁਹਾਨੂੰ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਮਿਲ ਜਾਣਗੇ। ਅੱਗੇ ਜਿਹੜਾ ਸੈਕਿੰਡ ਹੈ ਸਾਡਾ ਉਤਪਾਦਾਂ ਦੀ ਵਿਕਰੀ ਦੇ ਆਧਾਰ ਤੇ ਜਿਹੜਾ ਵਰਗੀਕਰਨ ਹੈ ਪ੍ਰਚੂਨ ਵਪਾਰੀਆਂ ਦਾ, ਉਹਦੇ ਵਿੱਚ ਪਹਿਲਾ ਹੈ ਕਿ ਇਕਹਿਰੀ ਰੇਖਾ ਵਿਸ਼ੇਸ਼ਕ ਵਪਾਰੀ। ਇਕਹਿਰੀ ਰੇਖਾ ਵਿਸ਼ੇਸ਼ਕ ਵਪਾਰੀ ਦੇ ਵਿੱਚ ਜਿਹੜੇ ਪ੍ਰਚੂਨ ਵਪਾਰੀ ਆ ਜਾਂਦੇ ਹਨ, ਉਹਨਾਂ ਦੇ ਵਿੱਚ ਹੁੰਦਾ ਕਿ ਇੱਕ ਹੀ ਤਰ੍ਹਾਂ ਦੀ ਉਹਨਾਂ ਦੇ ਕੋਲ ਪ੍ਰੋਡਕਟ ਹੈ, ਉਹ ਇੱਕ ਹੀ ਉਹਦੇ ਵਿੱਚ ਕਿਸਮ ਦੇ ਵਿੱਚ ਕੰਮ ਕਰਦੇ ਹਨ। ਠੀਕ ਹੈ। ਬਹੁਪੱਖੀ ਵਿਸ਼ੇਸ਼ਕ ਵਪਾਰੀ ਹੈ ਜਿਹੜੇ ਉਹਦੇ ਵਿੱਚ ਆ ਜਾਂਦੇ ਆ ਕਿ ਇੱਕ ਵਪਾਰੀ ਕਈ ਤਰ੍ਹਾਂ ਦੇ ਉਤਪਾਦ ਹੈ ਜਿਹੜੇ ਉਹ ਵੇਚਦਾ ਹੈ। ਉਤਪਾਦਾਂ ਦੀ ਜਿਹੜੀ ਵਿਕਰੀ ਹੈ ਉਹ ਅਲੱਗ-ਅਲੱਗ ਕਿਸਮ ਦੀਆਂ ਕਰਦੇ ਹਨ, ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਬਿਗ ਬਾਜ਼ਾਰ ਹੈ ਜਿਹੜਾ ਉਹ ਹਰੇਕ ਤਰ੍ਹਾਂ ਦੇ ਉਤਪਾਦ ਵੇਚਦਾ ਹੈ। ਇਕਹਿਰੀ ਰੇਖਾ ਵਿਸ਼ੇਸ਼ਕ ਵਪਾਰੀ ਉਹ ਆ ਜਾਂਦੇ ਆ ਜਿਵੇਂ ਰਿਲਾਇੰਸ ਡਿਜੀਟਲ ਵਰਲਡ ਦੀ ਆਪਾਂ ਗੱਲ ਕਰ ਲਈਏ, ਉੱਥੇ ਸਿਰਫ ਇਲੈਕਟ੍ਰੋਨਿਕ ਪ੍ਰੋਡਕਟ ਹੀ ਤੁਹਾਨੂੰ ਮਿਲਣਗੇ। ਤੀਸਰਾ ਜਿਹੜਾ ਹੈ ਮੁੱਲ ਨਿਰਧਾਰਨ ਕਰਨਾ, ਉਹਦੇ ਇਸ ਕਿਸਮ ਦੇ ਉੱਤੇ ਜਿਹੜੇ ਪ੍ਰਚੂਨ ਵਪਾਰੀ ਹੈ ਉਹ ਆ ਜਾਂਦੇ ਆ ਕਿ ਪਹਿਲਾਂ ਆ ਜਾਂਦਾ ਕਟੌਤੀ ਮੁੱਲ। ਕਟੌਤੀ ਮੁੱਲ ਦੇ ਵਿੱਚ ਆਉਂਦੇ ਆ ਜਿਵੇਂ ਫੋਰ ਐਗਜ਼ਾਮਪਲ ਗੱਲ ਕਰ ਲਈਏ ਕਿ ਤੁਹਾਨੂੰ ਜਿਹੜੇ ਉਤਪਾਦ ਹੈ ਉਹ ਕਾਫੀ ਛੋਟ ਦੇ ਉੱਤੇ ਮਿਲ ਜਾਣਗੇ, ਮਤਲਬ ਕਿ ਡਿਸਕਾਊਂਟਸ ਦੇ ਉੱਤੇ ਮਿਲ ਜਾਣਗੇ। ਅੱਗੇ ਜਿਹੜਾ ਦੂਸਰਾ ਹੈ ਉਹ ਹੈ ਕਿ ਮੁਕਾਬਲੇ ਦਾ ਮੁੱਲ, ਕੰਪੀਟੀਟਿਵ ਪ੍ਰਾਈਸਿੰਗ ਦੇ ਉੱਤੇ ਜਿਹੜੇ ਪ੍ਰਚੂਨ ਵਪਾਰੀ ਕੰਮ ਕਰਦੇ ਆ ਕਿ ਆਪਸ ਦੇ ਵਿੱਚ ਜਿਹੜੇ ਪ੍ਰਚੂਨ ਵਪਾਰੀਆਂ ਦੇ ਵਿੱਚ ਵੀ ਮੁਕਾਬਲਾ ਹੁੰਦਾ ਹੈ ਉਤਪਾਦਾਂ ਨੂੰ ਵੇਚਣ ਦੇ ਲਈ। ਉਹ ਆਪਣੇ ਜਿਹੜੇ ਉਤਪਾਦ ਹੈ ਪ੍ਰੋਡਕਟਸ ਦਾ ਜਿਹੜਾ ਪ੍ਰਾਈਸ ਹੈ ਉਹ ਇੱਕੋ ਜਿਹਾ ਹੀ ਰੱਖਦੇ ਆ ਕਿ ਉਹਦਾ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਤੀਸਰਾ ਹੈ ਕਿ ਜਿਹੜੇ ਪੂਰਾ ਮੁੱਲ ਦਾ ਮਤਲਬ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਡਿਸਕਾਊਂਟ ਨਹੀਂ ਦਿੰਦੇ, ਨਾ ਹੀ ਉਹਨਾਂ ਦੇ ਕੰਪੀਟੀਟਿਵ ਪ੍ਰਾਈਸ ਹੁੰਦੇ ਆ। ਉਹਨਾਂ ਨੇ ਜਿਸ ਉਤਪਾਦ ਨੂੰ ਦਾ ਇੱਕ ਕੀਮਤ ਰੱਖੀ ਹੁੰਦੀ ਹੈ ਉਸੇ 'ਤੇ ਹੀ ਵੇਚਣਗੇ, ਨਾ ਹੀ ਤੁਹਾਨੂੰ ਕਿਸੇ ਤਰ੍ਹਾਂ ਦੀ ਡਿਸਕਾਊਂਟ ਵਗੈਰਾ ਜਾਂ ਕਟੌਤੀ ਜਾਂ ਛੋਟ ਦੇਣਗੇ। ਅਗਲਾ ਜਿਹੜਾ ਹੈ ਕਿ ਤਰੱਕੀ 'ਤੇ ਜ਼ੋਰ ਦੇਣਾ। ਤਰੱਕੀ 'ਤੇ ਜ਼ੋਰ ਦੇ ਕੇ ਜਿਹੜੇ ਪ੍ਰਚੂਨ ਵਪਾਰੀਆਂ ਦਾ ਵਰਗੀਕਰਨ ਕੀਤਾ ਜਾਂਦਾ ਉਹ ਇਹ ਹੈ ਕਿ ਕਈ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਵਿਗਿਆਪਨ ਜਾਂ ਐਡਵਰਟਾਈਜ਼ਮੈਂਟ ਬਹੁਤ ਕਰਦੇ ਆ ਕਿ ਉਹਨਾਂ ਦਾ ਜਿਹੜਾ ਸਾਰਾ ਪ੍ਰਚੂਨ ਵਪਾਰ ਹੈ ਉਹ ਵਿਗਿਆਪਨ ਦੇ ਉੱਤੇ ਹੀ ਨਿਰਭਰ ਕਰਦਾ ਹੈ। ਉਹ ਡਾਇਰੈਕਟ ਕਿਸੇ ਵੀ ਅਗਰ ਆਪਾਂ ਕਹਿ ਲਈਏ ਕਿ ਜਿਹੜੇ ਉਹਨਾਂ ਦੇ ਗਾਹਕ ਹੈ ਉਹ ਸਿਰਫ ਉਹਨਾਂ ਦੇ ਨਾਲ ਵਿਗਿਆਪਨ ਦੇ ਥਰੂ ਹੀ ਜੁੜਦੇ ਆ ਮੈਕਸੀਮਮ ਤੋਂ ਮੈਕਸੀਮਮ। ਦੂਸਰਾ ਜਿਹੜਾ ਹੈ ਸਿੱਧਾ ਮੇਲ ਰਾਹੀਂ ਜਿਵੇਂ ਕਹਿ ਲਈਏ ਕਿ ਜਿਹੜੇ ਪ੍ਰਚੂਨ ਵਪਾਰੀ ਹੈ ਉਹ ਚਿੱਠੀ ਪੱਤਰ ਭੇਜ ਕੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਨੂੰ ਇੱਕ ਮੇਲ ਕਰਕੇ, ਅੱਜ ਕੱਲ੍ਹ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਈਮੇਲ ਕਰਕੇ ਆਪਣੇ ਪ੍ਰਚੂਨ ਗਾਹਕਾਂ ਨੂੰ ਆਪਣੇ ਉਤਪਾਦਾਂ ਦੇ ਬਾਰੇ ਜਾਣਕਾਰੀ ਦਿੰਦੇ ਹਨ। ਸ਼੍ਰੇਣੀ ਵੰਡ ਵਿਧੀ ਹੈ ਜਿਹੜੀ, ਇਸ ਵਿੱਚ ਆ ਜਾਂਦਾ ਕਿ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਉਤਪਾਦ ਹੈ ਜਿਹੜੇ ਉਹਨਾਂ ਦੀ ਕਈ ਕਿਸਮ ਦੀਆਂ ਸ਼੍ਰੇਣੀਆਂ ਦੇ ਕਰਕੇ ਜਿਹੜੇ ਪ੍ਰਚੂਨ ਵਪਾਰੀ ਉਹ ਵਪਾਰ ਕਰਦੇ ਹੈ। ਜਿਵੇਂ ਆਪਾਂ ਕਹਿ ਲਈਏ ਕਿ ਅਲੱਗ-ਅਲੱਗ ਸ਼੍ਰੇਣੀਆਂ ਤੋਂ ਭਾਵ ਇਲੈਕਟ੍ਰੋਨਿਕ ਉਤਪਾਦ ਰੱਖੇ ਹੋਏ ਸਟੋਰ ਦੇ ਵਿਚਕਾਰ, ਠੀਕ ਹੈ, ਜਾਂ ਆਪਾਂ ਇਹਨਾਂ ਨੂੰ ਆਪਾਂ ਵਿਭਾਗੀ ਸਟੋਰ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਵਿੱਚ ਸ਼੍ਰੇਣੀਆਂ ਵੰਡੀਆਂ ਹੁੰਦੀਆਂ ਨੇ ਉਤਪਾਦਾਂ ਦੀਆਂ। ਅਗਲਾ ਜਿਹੜਾ ਸਾਡਾ ਪ੍ਰਚੂਨ ਵਪਾਰੀ ਦਾ ਵਰਗੀਕਰਨ ਹੈ ਉਹ ਹੈ ਕਿ ਸੇਵਾ ਪੱਧਰ ਦੇ ਆਧਾਰ 'ਤੇ ਮਤਲਬ ਕਿ ਉਹ ਕਿਸ ਕਿਸਮ ਦੀਆਂ ਸੇਵਾਵਾਂ ਦਿੰਦੇ ਹਨ। ਜਿਵੇਂ ਪਹਿਲਾ ਹੈ ਕਿ ਸਵੈ ਸੇਵਾ ਦੇ ਵਿੱਚ ਆ ਜਾਂਦਾ ਹੈ ਕਿ ਇਸ ਪ੍ਰਚੂਨ ਸਟੋਰ ਦੇ ਵਿੱਚ ਜਾਂ ਪ੍ਰਚੂਨ ਵਪਾਰੀ ਵੱਲੋਂ ਕਸਟਮਰ ਹੈ ਜਿਹੜਾ ਉੱਥੇ ਗਾਹਕ ਆ ਕੇ ਆਪ ਹੀ ਚੀਜ਼ਾਂ ਜਿਹੜੀਆਂ ਉਹ ਖਰੀਦ ਕਰਦਾ ਜਾਂ ਉਸ ਖਰੀਦ ਨੂੰ ਉਹ ਖੁਦ ਕਰਦਾ, ਮਤਲਬ ਆ ਕੇ। ਫੋਰ ਐਗਜ਼ਾਮਪਲ ਆਪਾਂ ਕਹਿ ਲਈਏ ਕਿ ਜਿਵੇਂ ਮੈਕਡੋਨਲਡਸ ਕਹਿ ਸਕਦੇ ਹਾਂ ਆਪਾਂ ਕਿ ਉੱਥੇ ਕੀ ਹੈ ਕਿ ਅਗਰ ਗਾਹਕ ਉੱਥੇ ਕੋਈ ਵੀ ਉਤਪਾਦ ਖਰੀਦਣ ਜਾਂਦਾ ਜਾਂ ਉਹ 버ਗਰ ਵੀ ਖਰੀਦਣ ਜਾਂਦਾ ਤਾਂ ਉਸ ਨੂੰ ਖੁਦ ਹੀ ਕਾਊਂਟਰ ਦੇ ਉੱਤੇ ਕਹਿ ਲਓ ਕਿ ਬਿੱਲ ਪੇ ਕਰਕੇ ਆਪਣਾ ਉਤਪਾਦ ਚੱਕ ਕੇ ਆਪ ਹੀ ਆਪਣੇ ਟੇਬਲ 'ਤੇ ਬੈਠਣਾ ਪੈਂਦਾ ਹੈ। ਉਹਦੇ ਲਈ ਉਹਨਾਂ ਨੂੰ ਕੋਈ ਵੇਟਰ ਦੇ ਵੱਲੋਂ ਸਹੂਲਤ ਨਹੀਂ ਦਿੱਤੀ ਜਾਂਦੀ। ਦੂਸਰਾ ਜਿਹੜਾ ਹੈ ਸਮਰੂਪ ਆਪਾਂ ਕਹਿ ਸਕਦੇ ਕਿ ਸਹਿਮੀ ਇੱਕ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸਹਿਮੀ ਸੇਵਾ ਦੇ ਵਿੱਚ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਜਿੱਥੇ ਆਪਾਂ ਅਗਰ ਰੈਸਟੋਰੈਂਟ ਚੇਨ ਦੇ ਵਿੱਚ ਹੀ ਗੱਲ ਕਰੀਏ ਕਿ ਮੈਕਡੋਨਲਡ ਦੀ ਆਪਾਂ ਗੱਲ ਕੀਤੀ ਸੀ, ਉੱਥੇ ਸਵੈ ਸੇਵਾ ਸੈਲਫ ਸਰਵਿਸ ਕਰਨੀ ਪੈਂਦੀ ਹੈ। ਸਮਰੂਪ ਸੇਵਾ ਦੇ ਵਿੱਚ ਆਪਾਂ ਕਹਿ ਸਕਦੇ ਕਿ ਰੈਸਟੋਰੈਂਟ ਚੇਨ ਦੂਜੀ ਇੱਕ ਲੈ ਲਈਏ ਜਿੱਥੇ ਇੱਕ ਵੇਟਰ ਵੀ ਉਪਲਬਧ ਕਰਵਾਇਆ ਜਾਂਦਾ ਹੈ। ਪੂਰੀ ਸੇਵਾ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਸਮਰੂਪ ਦਾ ਹੀ ਇੱਕ ਪਾਰਟ ਹੈ ਅੱਗੇ, ਜਿਹਦੇ ਵਿੱਚ ਸਾਰੀਆਂ ਹੀ ਸੇਵਾਵਾਂ ਦਿੱਤੀਆਂ ਜਾਂਦੀਆਂ ਕਿ ਕਸਟਮਰ ਆਉਂਦਾ ਆਪਣਾ ਟੇਬਲ 'ਤੇ ਬੈਠ ਕੇ ਸਾਰੀਆਂ ਸਰਵਿਸਿਜ਼ ਆ ਉਹ ਉੱਥੇ ਹੀ ਅਵੇਲ ਕਰਦਾ ਹੈ ਕਿ ਉਹਦੀ ਜਿਹੜੀ ਬਿਲਿੰਗ ਵਗੈਰਾ ਵੀ ਆ ਉਹ ਉੱਥੇ ਹੀ ਕੀਤੀ ਜਾਂਦੀ ਹੈ। ਅਗਲਾ ਜਿਹੜਾ ਵਰਗੀਕਰਨ ਹੈ ਉਹ ਕੀਤਾ ਗਿਆ ਹੈ ਮਲਕੀਅਤ ਦੇ ਆਧਾਰ 'ਤੇ। ਪ੍ਰਚੂਨ ਵਪਾਰੀਆਂ ਦਾ ਜਿਹੜਾ ਪਹਿਲਾ ਵਰਗੀਕਰਨ ਹੈ ਉਹ ਹੈ ਸੁਤੰਤਰ ਪ੍ਰਚੂਨ ਵਪਾਰੀ, ਮਤਲਬ ਕਿ ਖੁਦ ਇੰਡੀਵਿਜੂਅਲੀ ਹੀ ਪ੍ਰਚੂਨ ਵਪਾਰੀ ਆਪਣਾ ਕੰਮ ਕਰਦੇ ਆ, ਉਹ ਕਿਸੇ ਦੇ ਨਾਲ ਰਲ ਕੇ ਜਾਂ ਉਹਨਾਂ ਦਾ ਕੋਈ ਵੀ ਫਰੈਂਚਾਈਜ਼ੀ ਵਗੈਰਾ ਨਹੀਂ ਲਈ ਹੁੰਦੀ। ਦੂਸਰਾ ਹੈ ਜਿਹੜਾ ਵਿਸ਼ੇਸ਼ ਅਧਿਕਾਰ ਪ੍ਰਚੂਨਕਾਰੀ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਕੰਪਨੀ ਦੁਆਰਾ ਆਪਣੇ ਸਟੋਰ ਖੋਲ੍ਹੇ ਜਾਂਦੇ ਹਨ ਔਰ ਉਹਨਾਂ ਸਟੋਰਾਂ ਦੇ ਉੱਤੇ ਕੰਮ ਕਰਨ ਦੇ ਲਈ ਉਹਨਾਂ ਦੇ ਵੱਲੋਂ ਇੱਕ ਕਿਸੇ
ਖਾਸ ਕਹਿ ਲਓ ਕਿ ਅੱਗੇ ਪ੍ਰਚੂਨ ਵਪਾਰੀ ਨੂੰ ਉਹ ਵਪਾਰ ਦੇ ਦਿੱਤਾ ਜਾਂਦਾ ਹੈ ਕੰਟਰੈਕਟ ਕਰਕੇ। ਕੰਟਰੈਕਟ ਦੇ ਵਿੱਚ ਜਿਹੜੀਆਂ ਸ਼ਰਤਾਂ ਜਾਂ ਨਿਯਮ ਵਗੈਰਾ ਹੁੰਦੇ ਉਹਦੇ ਮੁਤਾਬਿਕ ਹੀ ਉਹ ਕੰਮ ਕੀਤਾ ਜਾਂਦਾ ਹੈ, ਅਤੇ ਜੋ ਵੀ ਉਹਦਾ ਪ੍ਰੋਫਿਟ ਹੁੰਦਾ ਉਹ ਉਸ ਪ੍ਰਚੂਨ ਵਪਾਰੀ ਨੂੰ ਦਿੱਤਾ ਜਾਂਦਾ ਹੈ, ਅਤੇ ਬਾਕੀ ਦਾ ਜੋ ਮੇਨ ਪ੍ਰੋਫਿਟ ਹੁੰਦਾ ਕਮਿਸ਼ਨ ਹੀ ਦਿੱਤੀ ਜਾਂਦੀ ਹੈ ਸਿਰਫ ਪ੍ਰਚੂਨ ਵਪਾਰੀ ਨੂੰ, ਜਿਹੜੀ ਉਹਦੇ ਕੰਮ ਦੇ ਜਾਂ ਉਤਪਾਦਾਂ ਨੂੰ ਵੇਚਣ ਦੇ ਬਦਲੇ ਕੰਪਨੀ ਦੇ। ਅਗਲਾ ਜਿਹੜਾ ਹੈ ਲੜੀਬੱਧ ਪ੍ਰਚੂਨਕਾਰੀ। ਲੜੀਬੱਧ ਪ੍ਰਚੂਨਕਾਰੀ ਵੀ ਇੱਕ ਜਿਹੜਾ ਫਰੈਂਚਾਈਜ਼ੀ ਸਿਸਟਮ ਹੀ ਹੈ। ਇਹਨੂੰ ਜਿਹੜਾ ਲੜੀਬੱਧ ਹੈ ਉਹਨੂੰ ਆਪਾਂ ਚੇਨ ਸਿਸਟਮ ਕਹਿ ਦਿੰਦੇ, ਚੇਨ ਰਿਟੇਲਰ। ਠੀਕ ਆ, ਚੇਨ ਰਿਟੇਲਰ ਹੈ ਜਿਹੜੇ ਇਹਦੇ ਵਿੱਚ ਕੀ ਕਰਦੇ ਆ ਕਿ ਇੱਕ ਤੋਂ ਵੱਧ ਸਟੋਰ ਇੱਕ ਹੀ ਕੰਪਨੀ ਦੇ ਨਾਮ ਦੇ ਉੱਤੇ ਕਈ ਜ਼ਿਆਦਾ ਤੋਂ ਜ਼ਿਆਦਾ ਸਟੋਰ, ਮੈਕਡੋਨਲਡ ਦੀ ਆਪਾਂ ਗੱਲ ਕਰ ਲਈਏ, ਬਰਗਰ ਕਿੰਗ ਦੀ ਗੱਲ ਕਰ ਲਈਏ, ਕਿ ਇਹ ਜਿਹੜੇ ਹੈਗੇ ਉਹ ਲੜੀਬੱਧ ਪ੍ਰਚੂਨਕਾਰੀ ਦੇ ਅੰਡਰ ਆਉਂਦੇ ਹਨ। ਹੁਣ ਅਸੀਂ ਗੱਲ ਕਰਾਂਗੇ ਗੈਰ ਸਟੋਰ ਪ੍ਰਚੂਨ ਵਪਾਰੀ। ਇਸ ਵਿੱਚ ਜਿਹੜਾ ਪਹਿਲਾ ਹੈ ਕਿ ਸਿੱਧਾ ਨਿੱਜੀ ਸੰਪਰਕ। ਸਿੱਧਾ ਨਿੱਜੀ ਸੰਪਰਕ ਦੇ ਵਿੱਚ ਕੀ ਹੈ ਕਿ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਸਿੱਧਾ ਕਸਟਮਰ ਦੇ ਘਰ ਜਾ ਕੇ ਜਾਂ ਉਹਨਾਂ ਦੇ ਡੋਰ ਟੂ ਡੋਰ ਜਿਹੜੀ ਸੈਲਿੰਗ ਕਰਦੇ ਹਨ। ਦੂਸਰਾ ਹੈ ਮੇਲ ਆਰਡਰ ਪ੍ਰਚੂਨ ਵਪਾਰੀ। ਮੇਲ ਆਰਡਰ ਪ੍ਰਚੂਨ ਵਪਾਰੀਆਂ ਦੇ ਵਿੱਚ ਇਹ ਹੈ ਕਿ ਉਹ ਚਿੱਠੀ ਪੱਤਰ ਰਾਹੀਂ ਭੇਜ ਕੇ ਜਿਹੜਾ ਹੈ ਆਪਣੇ ਗਾਹਕਾਂ ਤੱਕ ਪਹੁੰਚ ਕਰਦੇ ਹਨ ਅਤੇ ਉਹਨਾਂ ਨੂੰ ਨਵੇਂ ਆਏ ਹੋਏ ਉਤਪਾਦਾਂ ਦੇ ਬਾਰੇ ਜਾਣਕਾਰੀ ਦਿੰਦੇ ਹਨ। ਤੀਸਰਾ ਹੈ ਟੈਲੀ ਮਾਰਕੀਟਿੰਗ। ਟੈਲੀ ਮਾਰਕੀਟਿੰਗ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਟੈਲੀਫੋਨ ਦੇ ਥਰੂ ਜਾਂ ਮੋਬਾਈਲ ਫੋਨ ਦੇ ਥਰੂ ਕਾਲਿੰਗ ਕਰਕੇ ਕਸਟਮਰਾਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਅਤੇ ਆਪਣੇ ਨਵੇਂ ਆਏ ਉਤਪਾਦਾਂ ਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਖਰੀਦਦਾਰੀ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਚੌਥਾ ਜਿਹੜਾ ਹੈ ਈ ਖਰੀਦਦਾਰੀ ਮਤਲਬ ਕਿ ਈ ਪਰਚੇਜ਼ਿੰਗ ਕਹਿ ਸਕਦੇ ਹਾਂ ਆਪਾਂ, ਜਾਂ ਔਨਲਾਈਨ ਪਰਚੇਜ਼ਿੰਗ ਕਹਿ ਸਕਦੇ ਹਾਂ। ਇਸ ਵਿੱਚ ਕੀ ਹੁੰਦਾ ਹੈ ਕਿ ਕਸਟਮਰ ਜਿਹੜੇ ਹੈਗੇ ਆ ਕਿ ਉਹ ਕੰਪਨੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਮਨਪਸੰਦ ਜਿਹੜੇ ਉਤਪਾਦ ਹੈ ਉਹ ਖਰੀਦਦੇ ਹਨ। ਜਿਹੜਾ ਅਗਲਾ ਹੈ ਸਿੱਧਾ ਮੇਲ ਰਾਹੀਂ ਕੀ ਹੋ ਸਕਦਾ ਕਿ ਜਾਂ ਡਾਇਰੈਕਟ ਸੈਲਿੰਗ ਜਿਹਨੂੰ ਕਿਹਾ ਜਾਂਦਾ ਹੈ, ਜਾਂ ਆਪਾਂ ਕਹਿ ਲਈਏ ਕਿ ਡਾਇਰੈਕਟ ਉਹਨਾਂ ਨੂੰ ਇੱਕ ਕੈਟਾਲੌਗ ਬਣਾ ਕੇ ਭੇਜਿਆ ਜਾਂਦਾ ਹੈ, ਜਿਹਦੇ ਨਾਲ ਕੀ ਕਿ ਕਸਟਮਰ ਹੈ ਆਪਣੇ ਉਤਪਾਦਾਂ ਨੂੰ ਦੇਖ ਕੇ ਸਿੱਧਾ ਆਪਣੀ ਖਰੀਦਦਾਰੀ ਕਰ ਸਕਦੇ ਆ ਅਤੇ ਉਹ ਆਪਣੇ ਪ੍ਰਚੂਨ ਵਪਾਰੀ ਨੂੰ ਦੱਸ ਸਕਦੇ ਹਨ ਕਿ ਅਸੀਂ ਆਹ ਵਾਲੇ ਉਤਪਾਦ ਖਰੀਦਣਾ ਚਾਹੁੰਦੇ ਹਾਂ, ਅਤੇ ਉਹ ਵੀ ਅੱਗਿਓਂ ਇੱਕ ਚਿੱਠੀ ਭੇਜ ਕੇ ਸਾਡੇ ਜਿਹੜੇ ਉਤਪਾਦ ਹੈ ਉਹਨਾਂ ਦੀ ਖਰੀਦਦਾਰੀ ਦੇ ਲਈ ਸਾਨੂੰ ਸਮਾਂ ਦੇ ਦਿੰਦੇ ਹਨ ਕਿ ਸਾਨੂੰ ਇਸ ਸਮੇਂ ਦੇ ਉੱਤੇ ਜਿਹੜੇ ਪ੍ਰੋਡਕਟ ਹੈ ਜਾਂ ਉਤਪਾਦ ਹੈ ਪਹੁੰਚਾਏ ਜਾਣ। ਹੁਣ ਅਸੀਂ ਗੱਲ ਕਰਾਂਗੇ ਪ੍ਰਚੂਨ ਵਪਾਰੀਆਂ ਵੱਲੋਂ ਸਫਲ ਹੋਣ ਲਈ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਹੜੇ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਪਹਿਲਾ ਹੈ ਕਿ ਗਾਹਕ ਦੀ ਸੰਤੁਸ਼ਟੀ। ਪ੍ਰਚੂਨ ਵਪਾਰੀਆਂ ਨੂੰ ਕਸਟਮਰ ਨੂੰ ਸੈਟਿਸਫਾਈ ਕਰਨਾ ਇੱਕ ਬਹੁਤ ਵੱਡਾ ਕਾਰਜ ਹੈ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਔਖਾ ਹੈ, ਕਿਉਂਕਿ ਕਸਟਮਰ ਨੂੰ ਸੈਟਿਸਫਾਈ ਕਰਨ ਤੋਂ ਬਾਅਦ ਹੀ ਜਿਹੜਾ ਪ੍ਰਚੂਨ ਵਪਾਰੀ ਹੈ ਉਹ ਸਫਲ ਹੋ ਸਕਦਾ ਹੈ। ਦੂਸਰਾ ਜਿਹੜਾ ਹੈ ਕਿ ਠੀਕ ਉਤਪਾਦ ਰੱਖਣ ਦੀ ਯੋਗਤਾ, ਮਤਲਬ ਕਿ ਜਿਹੜੇ ਉਹਦੇ ਸਟੋਰ ਦੇ ਵਿੱਚ ਸਹੀ ਤਰ੍ਹਾਂ ਦੇ ਉਤਪਾਦ ਹੋਣੇ ਚਾਹੀਦੇ ਹਨ ਜਿਹੜੇ ਕਸਟਮਰ ਨੂੰ ਖੁਦ ਜਿਹੜੀ ਉਹਨਾਂ ਦੀ ਲੋੜ ਹੈ ਉਹਨੂੰ ਪੂਰਾ ਕਰਦੇ ਹੋਣ। ਤੀਸਰਾ ਹੈ ਕਿ ਉਤਪਾਦਾਂ ਦੀ ਪ੍ਰਦਰਸ਼ਨੀ ਹੈ ਉਹ ਜਿਹੜੀ ਚੰਗੀ ਤਰ੍ਹਾਂ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਕਸਟਮਰ ਹੈ ਜਿਹੜਾ ਬਾਹਰ ਉਹਦੇ ਉਤਪਾਦਾਂ ਦੀ ਪ੍ਰਦਰਸ਼ਨੀ ਨੂੰ ਦੇਖ ਕੇ ਹੀ ਉਹਦੇ ਸਟੋਰ ਦੇ ਵਿੱਚ ਖਰੀਦਦਾਰੀ ਦੇ ਲਈ ਉਤਸ਼ਾਹਿਤ ਹੋ ਜਾਣ। ਚੌਥਾ ਹੈ ਕਿ ਯੋਜਨਾ ਦੇ ਅਕੋਰਡਿੰਗ, ਪਲੈਨਿੰਗ ਵਗੈਰਾ ਦੇ ਅਕੋਰਡਿੰਗ ਹੀ ਜਿਹੜਾ ਉਸ ਨੂੰ ਆਪਣਾ ਪ੍ਰਚੂਨ ਵਪਾਰ ਚਲਾਉਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਪ੍ਰਚੂਨ ਵਪਾਰ 'ਚ ਵਾਧਾ ਕਰ ਸਕੇ। ਅਗਲਾ ਜਿਹੜਾ ਹੈ ਕਿ ਸਥਾਨ ਦੀ ਚੋਣ ਹੈ ਜਿਹੜੀ ਉਹ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਗਰ ਸਥਾਨ ਦੀ ਚੋਣ ਸਹੀ ਨਹੀਂ ਕੀਤੀ ਜਾਵੇਗੀ ਤਾਂ ਪ੍ਰਚੂਨ ਵਪਾਰੀਆਂ ਕੋਲ ਗਾਹਕ ਜਿਹੜੇ ਉਹ ਨਹੀਂ ਪਹੁੰਚ ਪਾਉਣਗੇ। ਇਸ ਲਈ ਜਿਹੜਾ ਇੱਕ ਸਥਾਨ ਹੈ ਸਟੋਰ ਦਾ ਉਹ ਬਹੁਤ ਇੰਪੋਰਟੈਂਟ ਰੱਖਦਾ ਹੈ। ਅਗਲਾ ਹੈ ਤਕਨੋਲੋਜੀ ਨਾਲ ਚੱਲਣ ਤੋਂ ਭਾਵ ਹੈ ਕਿ ਪ੍ਰਚੂਨ ਵਪਾਰੀਆਂ ਨੂੰ ਨਵੀਂ ਤਕਨੀਕਾਂ ਵਗੈਰਾ ਅਪਣਾ ਕੇ ਆਪਣੇ ਪ੍ਰਚੂਨ ਸਟੋਰ ਦੇ ਵਿੱਚ ਵਪਾਰ ਕਰਨਾ ਚਾਹੀਦਾ ਹੈ, ਤਾਂ ਕਿ ਕਸਟਮਰ ਦਾ ਜਿਹੜਾ ਘੱਟ ਤੋਂ ਘੱਟ ਸਮਾਂ ਲੱਗ ਸਕੇ। ਇਸੇ ਤਰ੍ਹਾਂ ਇਹ ਸਾਡਾ ਸੈਕਿੰਡ ਸੈਸ਼ਨ ਹੈ ਜਿਹੜਾ ਉਹ ਕੰਪਲੀਟ ਹੁੰਦਾ ਹੈ। ਹੁਣ ਅਸੀਂ ਅਗਲੇ ਸੈਸ਼ਨ ਦੇ ਵੱਲ ਵਧਾਂਗੇ, ਜਿਹੜਾ ਤੀਸਰਾ ਸੈਸ਼ਨ ਜਿਹੜਾ ਸਾਡਾ ਹੈ ਉਹ ਹੈ ਕਿ ਪ੍ਰਚੂਨ ਵਪਾਰੀਆਂ ਦੇ ਕਾਰਜ। ਪ੍ਰਚੂਨ ਵਪਾਰੀਆਂ ਵੱਲੋਂ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਗਾਹਕਾਂ ਨੂੰ ਅਤੇ ਥੋਕ ਵਿਕਰੇਤਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਪ੍ਰਚੂਨ ਵਪਾਰੀਆਂ ਵੱਲੋਂ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀ ਪਹਿਲੀ ਸੇਵਾ ਇਹ ਹੈ ਕਿ ਗਾਹਕ ਨੂੰ ਉਚਿਤ ਕੀਮਤ ਉੱਤੇ ਠੀਕ ਮਾਤਰਾ ਵਿੱਚ ਵਸਤੂਆਂ ਦੇਣੀਆਂ, ਮਤਲਬ ਕਿ ਸਹੀ ਮਾਤਰਾ ਦੇ ਉੱਤੇ ਸਹੀ ਵਸਤੂਆਂ ਦੇਣੀਆਂ। ਦੂਸਰਾ ਜਿਹੜਾ ਹੈ ਕਿ ਗਾਹਕਾਂ ਦੀ ਮੰਗ ਨੂੰ ਅੱਗੇ ਹੋ ਕੇ ਪੂਰਾ ਕਰਨਾ ਅਤੇ ਵਸਤੂਆਂ ਉਪਲਬਧ ਕਰਵਾਉਣੀਆਂ। ਖਰਾਬ ਵਸਤੂਆਂ ਜਿਹੜੀਆਂ ਉਹਨਾਂ ਨੂੰ ਵਾਪਸ ਕਰਨ ਦੀ ਸਹੂਲਤ ਹੈ ਜਿਹੜੀ ਗਾਹਕਾਂ ਨੂੰ ਦੇਣੀ ਚਾਹੀਦੀ ਹੈ। ਅਗਲਾ ਜਿਹੜਾ ਹੈ ਕਿ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਸਤੂਆਂ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ, ਕਿ ਵਿੰਡੋ ਡਿਸਪਲੇ ਵਗੈਰਾ ਲਗਾਉਣੀ ਚਾਹੀਦੀ ਹੈ। ਲਾਸਟ ਜਿਹੜਾ ਹੈ ਗਾਹਕਾਂ ਨੂੰ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਪ੍ਰਚੂਨਕਾਰ ਵੱਲੋਂ, ਕਿ ਰੋਜ਼ਾਨਾ ਆਉਣ ਵਾਲੇ ਅਤੇ ਭਰੋਸੇਯੋਗ ਗਾਹਕਾਂ ਨੂੰ ਉਧਾਰ ਵਸਤਾਂ ਜਿਹੜੀਆਂ ਦੇਣੀਆਂ ਚਾਹੀਦੀਆਂ, ਉਧਾਰ ਦੀ ਸਹੂਲਤ ਦੇਣੀ ਚਾਹੀਦੀ ਹੈ, ਤਾਂ ਕਿ ਕਸਟਮਰ ਹੈ ਜਿਹੜਾ ਅਗਰ ਉਹਦੇ ਕੋਲ ਮੌਕੇ ਦੇ ਉੱਤੇ ਅਗਰ ਪੈਸੇ ਨਹੀਂ ਵੀ ਹੈਗੇ ਤਾਂ ਉਹਨੂੰ ਉਧਾਰ ਵਸਤੂ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਉਹ ਪੈਸੇ ਜਿਹੜੇ ਪ੍ਰਾਪਤ ਕਰ ਲਏ ਜਾਣ। ਹੋਰ ਜਿਹੜੇ
ਸੇਵਾਵਾਂ ਪ੍ਰਚੂਨ ਵਪਾਰੀਆਂ ਵੱਲੋਂ ਦਿੱਤੀਆਂ ਜਾਂਦੀਆਂ ਉਹ ਹੈ ਕਿ ਥੋਕ ਵਪਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ। ਥੋਕ ਵਪਾਰੀਆਂ ਨੂੰ ਵਸਤੂਆਂ ਦੀ ਕਿਸਮ, ਫੈਸ਼ਨ ਤੇ ਮੰਗ ਬਾਰੇ ਜਾਣਕਾਰੀ ਦੇਣੀ, ਇਹ ਪ੍ਰਚੂਨ ਵਪਾਰੀਆਂ ਦਾ ਮੁੱਖ ਜਿਹੜਾ ਹੈ ਕਿ ਸੇਵਾਵਾਂ ਹਨ। ਦੂਸਰਾ ਜਿਹੜੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਪ੍ਰਚੂਨ ਵਪਾਰੀ ਵੱਲੋਂ ਹੈ ਕਿ ਗਾਹਕ ਨਾਲ ਸਿੱਧਾ ਸੰਪਰਕ ਕਰਕੇ ਥੋਕ ਵਿਕਰੇਤਾ ਦੇ ਕੰਮ ਦੇ ਭਾਰ ਨੂੰ ਘੱਟ ਕਰਨਾ ਹੈ, ਕਿਉਂਕਿ ਜਿਹੜਾ ਥੋਕ ਵਿਕਰੇਤਾ ਹੈ ਉਹ ਪ੍ਰਚੂਨ ਵਪਾਰੀਆਂ ਨੂੰ ਕਾਫੀ ਜ਼ਿਆਦਾ ਜਾਂ ਵੱਡੀ ਕੁਆਂਟਿਟੀ ਦੇ ਵਿੱਚ ਉਤਪਾਦ ਹੈ ਜਿਹੜੇ ਵੇਚਦਾ ਹੈ, ਅਤੇ ਇਸੇ ਤਰ੍ਹਾਂ ਹੀ ਪ੍ਰਚੂਨ ਵਪਾਰੀ ਹੈ ਜਿਹੜਾ ਉਹ ਘੱਟ ਮਾਤਰਾ ਦੇ ਵਿੱਚ ਦੇ ਕੇ ਥੋਕ ਵਿਕਰੇਤਾ ਦਾ ਜਿਹੜਾ ਭਾਰ ਹੈ ਜਾਂ ਕੰਮ ਦਾ ਉਹ ਘੱਟ ਕਰ ਦਿੰਦਾ ਹੈ। ਅਗਲਾ ਜਿਹੜਾ ਟੌਪਿਕ ਹੈ ਉਹ ਹੈ ਕਿ ਪ੍ਰਚੂਨ ਵਪਾਰੀਆਂ ਲਈ ਜਿਹੜੀਆਂ ਜ਼ਰੂਰੀ ਲੋੜਾਂ ਹਨ ਉਹ ਕੀ ਹਨ ਆਪਣੇ ਪ੍ਰਚੂਨ ਵਪਾਰ ਨੂੰ ਚਲਾਉਣ ਦੇ ਲਈ। ਉਸ ਸਥਾਨ 'ਤੇ ਦੁਕਾਨ ਖੋਲ੍ਹਣੀ ਜਿੱਥੇ ਗਾਹਕ ਆਸਾਨੀ ਨਾਲ ਆਕਰਸ਼ਿਤ ਹੋ ਸਕਣ, ਕਿ ਜਿੱਥੇ ਕਸਟਮਰ ਈਜ਼ੀਲੀ ਆਪਣਾ ਜਿਹੜਾ ਹੈ ਕਿ ਆ ਕੇ ਖਰੀਦਦਾਰੀ ਕਰ ਸਕੇ। ਗਾਹਕਾਂ ਦੀ ਮੰਗ ਅਨੁਸਾਰ ਸਮਾਨ ਰੱਖਣਾ, ਕਿ ਜੋ ਟਰੈਂਡ ਚੱਲ ਰਿਹਾ ਹੈ ਉਹਦੇ ਮੁਤਾਬਿਕ ਜਿਹੜੇ ਹੈਗੇ ਪ੍ਰੋਡਕਟ ਉੱਥੇ ਉਪਲਬਧ ਹੋਣੇ ਚਾਹੀਦੇ ਹਨ। ਅਗਲਾ ਜਿਹੜਾ ਤੀਸਰਾ ਪੁਆਇੰਟ ਹੈ ਕਿ ਵਿਕਰੀ ਵਧਾਉਣ ਲਈ ਵਿੰਡੋ ਡਿਸਪਲੇ ਅਤੇ ਕਾਊਂਟਰ ਡਿਸਪਲੇ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੇ ਗਾਹਕ ਹੈ ਉਹਨਾਂ ਨੂੰ ਸਟੋਰ ਦੇ ਬਾਹਰੋਂ ਹੀ ਪਤਾ ਲੱਗ ਸਕੇ ਕਿ ਸਟੋਰ ਦੇ ਵਿੱਚ ਕਿਹੜੇ ਜਿਹੜੇ ਉਤਪਾਦ ਜਾਂ ਪ੍ਰੋਡਕਟ ਹਨ ਉਪਲਬਧ ਹਨ। ਅਗਲਾ ਬਾਜ਼ਾਰ ਵਿਚਲੀ ਜਿਹੜੀ ਹਾਲਤ ਦੇ ਅਨੁਸਾਰ ਨਵੀਨਤਮ ਢੰਗਾਂ ਦੀ ਵਰਤੋਂ ਕਰਨੀ, ਕਿ ਜੋ ਟਰੈਂਡ ਚੱਲ ਰਿਹਾ ਹੈ ਉਹਦੇ ਮੁਤਾਬਿਕ ਜਿਹੜੀ ਟੈਕਨੋਲੋਜੀ ਦੇ ਨਾਲ ਸਹਾਇਤਾ ਦੇ ਨਾਲ ਜਿਹੜੀ ਪ੍ਰਚੂਨ ਵਪਾਰੀ ਜਿਹੜੇ ਹੈਗੇ ਆ ਕਿ ਉਹ ਆਪਣਾ ਪ੍ਰਚੂਨ ਵਪਾਰ ਕਰ ਸਕਣ। ਇਸ ਤੋਂ ਇਲਾਵਾ ਪ੍ਰਚੂਨ ਵਪਾਰੀਆਂ ਵੱਲੋਂ ਜਿਹੜੇ ਹੋਰ ਕਾਰਜ ਜਿਹੜੇ ਕੀਤੇ ਜਾਂਦੇ ਹਨ ਉਸ ਵਿੱਚ ਪਹਿਲਾ ਇਹ ਹੈ ਕਿ ਖਰੀਦ ਅਤੇ ਇਕੱਠ ਕਰਨਾ। ਖਰੀਦ ਅਤੇ ਇਕੱਠ ਕਰਨਾ ਤੋਂ ਭਾਵ ਹੈ ਕਿ ਪ੍ਰਚੂਨ ਵਪਾਰੀ ਹੈ ਜਿਹੜੇ ਉਹ ਆਪਣੇ ਸਟੋਰ ਦੇ ਲਈ ਉਤਪਾਦ ਖਰੀਦਣ ਅਤੇ ਇਕੱਠਾ ਕਰਕੇ ਉਹਨਾਂ ਨੂੰ ਇਨਵੈਂਟਰੀ ਦੇ ਵਿੱਚ ਰੱਖ ਕੇ ਅੱਗੇ ਡਿਸਪਲੇ ਕਰਨ। ਉਸ ਤੋਂ ਬਾਅਦ ਭੰਡਾਰਨ ਕਰਨਾ, ਉਹੀ ਜਿਵੇਂ ਆਪਾਂ ਗੱਲ ਕੀਤੀ ਹੋਣੀ ਕਿ ਇਨਵੈਂਟਰੀ ਦੇ ਵਿੱਚ ਰੱਖ ਕੇ ਭੰਡਾਰ ਕਰਕੇ ਜਿਹੜਾ ਵੱਧ ਕੁਆਂਟਿਟੀ ਦੇ ਵਿੱਚ ਰੱਖ ਕੇ ਥੋਕ ਵਪਾਰੀਆਂ ਤੋਂ ਪ੍ਰੋਡਕਟ ਲੈ ਕੇ ਅੱਗੇ ਪ੍ਰਚੂਨਕਾਰਾਂ ਨੂੰ ਥੋੜ੍ਹੀ ਮਾਤਰਾ ਦੇ ਵਿੱਚ ਦੇਣਾ। ਤੀਸਰਾ ਜਿਹੜਾ ਕਾਰਜ ਹੈ ਕਿ ਦਰਜਾਬੰਦੀ ਅਤੇ ਪੈਕਿੰਗ ਕਰਨਾ। ਦਰਜਾਬੰਦੀ ਤੋਂ ਭਾਵ ਹੈ ਕਿ ਕੁਆਲਿਟੀ ਵਾਈਜ਼ ਅਤੇ ਸਾਈਜ਼ ਵਾਈਜ਼ ਜਿਹੜੇ ਪ੍ਰੋਡਕਟ ਹੈ ਉਹ ਮੁਹੱਈਆ ਕਰਵਾਉਣੇ। ਚੌਥਾ ਜਿਹੜਾ ਹੈ ਕਾਰਜ ਪ੍ਰਚੂਨ ਵਪਾਰੀਆਂ ਵੱਲੋਂ ਜਿਹੜਾ ਕੀਤਾ ਜਾਂਦਾ ਹੈ ਕਿ ਜੋਖਿਮ ਸਹਿਣਾ। ਜੋਖਿਮ ਸਹਿਣਾ ਤੋਂ ਭਾਵ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਪ੍ਰਚੂਨ ਵਪਾਰ ਦੇ ਵਿੱਚ ਕਿਸੇ ਅਣਚਾਹੇ ਘਾਟਾ ਪੈ ਜਾਣਾ, ਕੋਈ ਵੀ ਜਿਵੇਂ ਕਹਿ ਲਓ ਕਿ ਲੋਸ ਹੋ ਜਾਣਾ ਬਿਜ਼ਨਸ ਦੇ ਵਿੱਚ, ਜਾਂ ਦੁਕਾਨ ਦੇ ਵਿੱਚ ਅੱਗ ਲੱਗ ਜਾਣੀ ਜਿਹਦੇ ਨਾਲ ਕਿ ਸਾਰੇ ਉਤਪਾਦ ਜਾਂ ਪ੍ਰੋਡਕਟ ਵਗੈਰਾ ਉਹ ਸੜ ਜਾਣੇ, ਉਸ ਦੇ ਨਾਲ ਵੀ ਜਿਹੜਾ ਹੈ ਕਿ ਪ੍ਰਚੂਨ ਵਪਾਰੀਆਂ ਨੂੰ ਘਾਟਾ ਵਗੈਰਾ ਸਹਿਣਾ ਪੈਂਦਾ ਹੈ। ਅਗਲਾ ਜਿਹੜਾ ਕਾਰਜ ਹੈ ਵਿੱਤ ਮੁਹੱਈਆ ਕਰਵਾਉਣਾ। ਵਿੱਤ ਮੁਹੱਈਆ ਕਰਨਾ ਤੋਂ ਭਾਵ ਹੈ ਕਿ ਪ੍ਰਚੂਨ ਵਪਾਰੀਆਂ ਵੱਲੋਂ ਗਾਹਕਾਂ ਨੂੰ ਉਧਾਰ ਦੇ ਉੱਤੇ ਵਸਤੂਆਂ ਵਗੈਰਾ ਵੇਚਣੀਆਂ। ਅਗਲਾ ਕਾਰਜ ਬਾਜ਼ਾਰ ਦੀ ਜਾਣਕਾਰੀ ਦੀ ਸਪਲਾਈ ਕਰਨਾ। ਬਾਜ਼ਾਰ ਦੀ ਜਾਣਕਾਰੀ ਦੀ ਸਪਲਾਈ ਕਰਨ ਤੋਂ ਭਾਵ ਹੈ ਕਿ ਪ੍ਰਚੂਨ ਵਪਾਰੀਆਂ ਵੱਲੋਂ ਥੋਕ ਵਿਕਰੇਤਾਵਾਂ ਨੂੰ ਬਾਜ਼ਾਰ ਦੇ ਬਾਰੇ ਜਾਣਕਾਰੀ ਦੇਣਾ, ਕਿ ਗਾਹਕ ਹੈ ਜਿਹੜੇ ਉਹ ਕਿਸ ਤਰ੍ਹਾਂ ਦੀ ਕਿਸਮ ਦੇ ਉਤਪਾਦ ਪਸੰਦ ਕਰ ਰਹੇ ਹਨ ਜਾਂ ਉਹ ਚਾਹੁੰਦੇ ਹਨ। ਅਗਲਾ ਆਵਾਜਾਈ ਦਾ ਪ੍ਰਬੰਧ ਕਰਨਾ। ਆਵਾਜਾਈ ਦੇ ਪ੍ਰਬੰਧ ਤੋਂ ਭਾਵ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਕਾਫੀ ਵੱਡੇ ਜਿਹੜੇ ਇਲੈਕਟ੍ਰੋਨਿਕ ਉਤਪਾਦ ਹਨ ਉਹਨਾਂ ਨੂੰ ਵੇਚਣ ਤੋਂ ਬਾਅਦ ਉਹਨਾਂ ਦੀ ਡਿਲੀਵਰੀ ਕਰਨਾ, ਗਾਹਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣਾ ਉਹਨਾਂ ਦਾ ਸਮਾਨ। ਇਹ ਸੀ ਸਾਡਾ ਤੀਸਰਾ ਸੈਸ਼ਨ। ਹੁਣ ਅਸੀਂ ਅਗਲੇ ਸੈਸ਼ਨ ਦੇ ਵੱਲ ਵੱਧ ਰਹੇ ਹਾਂ, ਜਿਹੜਾ ਸੈਸ਼ਨ ਨੰਬਰ 4 ਪ੍ਰਚੂਨ ਵਪਾਰ ਵਿਚਲੇ ਝੁਕਾਅ। ਪ੍ਰਚੂਨ ਵਪਾਰ ਵਿਚਲੇ ਝੁਕਾਅ ਤੋਂ ਭਾਵ ਹੈ ਕਿ ਕਿਹੜਾ ਟਰੈਂਡ ਚੱਲ ਰਿਹਾ ਹੈ ਪ੍ਰਚੂਨ ਵਪਾਰ ਦੇ ਵਿੱਚ। ਇਸ ਵਿੱਚ ਅਸੀਂ ਪਹਿਲਾਂ ਪੜ੍ਹਾਂਗੇ ਕਿ ਭਾਰਤੀ ਪ੍ਰਚੂਨ ਵਿੱਚ ਵਾਧਾ ਕਰਨ ਦੇ ਜਿਹੜੇ ਸਹਾਇਕ ਤੱਤ ਹਨ ਉਹ ਕਿਹੜੇ ਹਨ, ਕਿ ਕਿਹਨਾਂ ਕਾਰਨਾਂ ਕਰਕੇ ਜਾਂ ਤੱਤਾਂ ਕਰਕੇ ਜਿਹੜਾ ਭਾਰਤੀ ਪ੍ਰਚੂਨ ਉਹ ਵੱਧ ਰਿਹਾ ਹੈ। ਜਿਸ ਵਿੱਚ ਪਹਿਲਾ ਪੁਆਇੰਟ ਹੈ ਕਿ ਦੋਹਰੀ ਆਮਦਨ। ਇੱਕ ਹੀ ਪਰਿਵਾਰ ਦੇ ਵਿੱਚ ਕਈ ਜਦੋਂ ਕੰਮ ਕਰਨ ਵਾਲੇ ਆਉਂਦੇ ਹਨ ਜਾਂ ਨੌਕਰੀ ਕਰਦੇ ਹਨ ਤਾਂ ਉਸ ਨਾਲ ਕੀ ਹੈ ਕਿ ਪਰਿਵਾਰ ਦੀ ਆਮਦਨ ਵਧਣ ਦੇ ਨਾਲ ਕੀ ਹੈ ਕਿ ਖਰੀਦ ਸ਼ਕਤੀ ਵੀ ਵੱਧ ਜਾਂਦੀ ਹੈ, ਜਿਸ ਨਾਲ ਪ੍ਰਚੂਨ ਵਪਾਰ ਦੇ ਵਿੱਚ ਜਿਹੜਾ ਹੈ ਕਿ ਲੈਣ ਦੇਣ ਹੈ ਜਿਹੜਾ ਉਹ ਵੱਧ ਜਾਂਦਾ ਹੈ। ਦੂਸਰਾ ਪੁਆਇੰਟ ਹੈ ਕਿ ਪਲਾਸਟਿਕ ਕ੍ਰਾਂਤੀ। ਪਲਾਸਟਿਕ ਕ੍ਰਾਂਤੀ ਤੋਂ ਭਾਵ ਹੈ ਕਿ ਡੈਬਿਟ ਅਤੇ ਕ੍ਰੈਡਿਟ ਕਾਰਡ ਜਿਹੜਾ ਹੈ ਉਸ ਦੇ ਆਉਣ ਨਾਲ ਵੀ ਜਿਹੜਾ ਹੈ ਭਾਰਤੀ ਪ੍ਰਚੂਨ ਹੈ ਉਸ ਵਿੱਚ ਵਾਧਾ ਹੋਇਆ ਹੈ, ਕਿਉਂਕਿ ਜਿਹੜਾ ਲੈਣ ਦੇਣ ਹੈ ਉਹ ਈਜ਼ੀਲੀ ਹੋਣ ਲੱਗਿਆ ਹੈ ਕਿ ਅਤੇ ਕੈਸ਼ ਦੀ ਵਰਤੋਂ ਬਹੁਤ ਘੱਟ ਗਈ ਹੈ। ਤੀਸਰਾ ਜਿਹੜਾ ਪੁਆਇੰਟ ਹੈ ਸ਼ਹਿਰੀਕਰਨ। ਸ਼ਹਿਰੀਕਰਨ ਤੋਂ ਭਾਵ ਹੈ ਕਿ ਵੱਧ ਤੋਂ ਵੱਧ ਸ਼ਹਿਰੀਕਰਨ ਹੋਣ ਦੇ ਨਾਲ ਕੀ ਹੈ ਕਿ ਆਬਾਦੀ ਦੇ ਵਧਣ ਦੇ ਨਾਲ, ਸ਼ਹਿਰ ਬਣਨ ਦੇ ਨਾਲ ਜਿਹੜਾ ਪ੍ਰਚੂਨ ਵਪਾਰ ਹੈ ਉਹ ਵੱਧ ਰਿਹਾ ਹੈ, ਕਿਉਂਕਿ ਜਿੱਥੇ ਜ਼ਿਆਦਾ ਆਬਾਦੀ ਹੋਵੇਗੀ, ਸ਼ਹਿਰੀਕਰਨ ਹੋਵੇਗਾ, ਉੱਥੇ ਹੀ ਜਿਵੇਂ ਕਈ ਤਰ੍ਹਾਂ ਦੇ ਮਾਲ ਜਾਂ ਆਪਾਂ ਕਹਿ ਲਈਏ ਕਿ ਪ੍ਰਚੂਨ ਵਪਾਰੀ ਹੈ ਜਿਹੜੇ ਸੰਗਠਿਤ ਪ੍ਰਚੂਨ ਵਪਾਰੀ ਉਹ ਹੋਰ ਵੀ ਆਉਣਗੇ, ਜਿਵੇਂ ਵਾਲਮਾਰਟ ਵਗੈਰਾ ਦੇ ਸਹਾਇਕ ਹਨ, ਜਿਵੇਂ ਬੈਸਟ ਪ੍ਰਾਈਜ਼ ਹੋ ਗਿਆ, ਮੋਰ ਹੋ ਗਿਆ, ਈਜ਼ੀ ਡੇ ਹੋ ਗਿਆ ਜਾਂ ਬਿਗ ਬਾਜ਼ਾਰ ਹੋ ਗਿਆ। ਅਗਲਾ ਜਿਹੜਾ ਸਹਾਇਕ ਤੱਤ ਹੈ ਉਹ ਹੈ ਕਿ ਢੋਆ ਢੁਆਈ ਦੀ ਆਸਾਨੀ ਨਾਲ ਉਪਲਬਧਤਾ। ਢੋਆ ਢੁਆਈ ਦੀ ਆਸਾਨੀ ਨਾਲ ਉਪਲਬਧਤਾ ਤੋਂ ਭਾਵ ਹੈ ਕਿ ਟਰਾਂਸਪੋਰਟੇਸ਼ਨ ਵਗੈਰਾ ਮੁਹੱਈਆ ਹੋਣੀ। ਭਾਰਤੀ ਪ੍ਰਚੂਨ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਰਿਟੇਲ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਿਹੜੇ ਉਤਪਾਦ ਹੈ ਉਹਨਾਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕੇਗਾ, ਤਾਂ ਹੀ ਪ੍ਰਚੂਨ ਵਪਾਰ ਵਿੱਚ ਵੀ ਵਾਧਾ ਹੋਵੇਗਾ।
ਲਾਸਟ ਜਿਹੜਾ ਪੁਆਇੰਟ ਹੈ ਪ੍ਰਚੂਨ ਵਿੱਚ ਤਕਨੀਕ ਦਾ ਆਉਣਾ। ਤਕਨੀਕ ਦੇ ਆਉਣ ਤੋਂ ਭਾਵ ਹੈ ਕਿ ਬਾਰ ਕੋਡਿੰਗ ਮਸ਼ੀਨਾਂ, ਕਾਰਡ ਸਵਾਈਪਿੰਗ ਮਸ਼ੀਨਾਂ ਦੇ ਆਉਣ ਦੇ ਨਾਲ, ਜਾਂ ਆਪਾਂ ਕਹਿ ਲਈਏ ਕਿ ਲੇਬਲਿੰਗ ਮਸ਼ੀਨਾਂ, ਜਾਂ ਕਈ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਤਕਨੀਕੀ ਉਪਕਰਨ ਹੈ ਉਹਨਾਂ ਦੇ ਆਉਣ ਦੇ ਨਾਲ ਜਿਹੜਾ ਹੈ ਪ੍ਰਚੂਨ ਵਪਾਰ ਵਿੱਚ ਵੀ ਵਾਧਾ ਹੋਇਆ ਹੈ। ਅਗਲਾ ਜਿਹੜਾ ਸਾਡਾ ਟੌਪਿਕ ਹੈ ਇਸ ਸੈਸ਼ਨ ਦੇ ਵਿੱਚ ਉਹ ਹੈ ਕਿ ਗਾਹਕ ਸਹੂਲਤ ਸਿਸਟਮ ਦਾ ਆਉਣਾ। ਗਾਹਕ ਸਹੂਲਤ ਸਿਸਟਮ ਤੋਂ ਭਾਵ ਹੈ ਕਿ ਬਾਰਕੋਡ ਸਕੈਨਰਾਂ ਦੀ ਵਰਤੋਂ ਕਰਨਾ, ਜਿਵੇਂ ਕਿ ਅਸੀਂ ਹੁਣੇ ਪੜ੍ਹਿਆ ਸੀ ਕਿ ਭਾਰਤੀ ਪ੍ਰਚੂਨ ਵਿੱਚ ਵਾਧੇ ਦੇ ਸਹਾਇਕ ਤੱਤ ਹਨ। ਦੂਸਰਾ ਜਿਹੜਾ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਅਦਾਇਗੀਆਂ ਕਰਨਾ, ਕਿ ਕੈਸ਼ ਹੈ ਜਿਹੜਾ ਉਹ ਕੈਸ਼ ਦਾ ਲੈਣ ਦੇਣ ਘੱਟ ਕਰਨਾ। ਅਗਲਾ ਜਿਹੜਾ ਹੈ ਕਿ ਇੰਟਰਨੈਟ ਦੇ ਆਉਣ ਦੇ ਨਾਲ ਹੈ ਜਿਹੜਾ ਕਿ ਗਾਹਕਾਂ ਦੀ ਜਿਹੜੀ ਸਹੂਲਤ ਹੈ ਉਹ ਹੋਰ ਵੀ ਆਸਾਨੀ ਹੋ ਚੁੱਕੀ ਹੈ ਕਿ ਉਹ ਈਜ਼ੀਲੀ ਆਪਣਾ ਕਿਸੇ ਵੀ ਪ੍ਰੋਡਕਟ ਨੂੰ ਖਰੀਦਦਾਰੀ ਕਰ ਸਕਦੇ ਹਨ। ਜਿਵੇਂ ਫੋਰ ਐਗਜ਼ਾਮਪਲ ਆਪਾਂ ਫਲਿੱਪਕਾਰਟ ਤੋਂ ਆਸਾਨੀ ਨਾਲ ਉਤਪਾਦ ਹੈ ਜਿਹੜੇ ਖਰੀਦ ਸਕਦੇ ਹਾਂ। ਫਲਿੱਪਕਾਰਟ ਤੋਂ ਇਲਾਵਾ ਜਿਵੇਂ ਮਿੰਤਰਾ, ਸਨੈਪਡੀਲ ਤੋਂ। ਅਗਲਾ ਜਿਹੜਾ ਪੁਆਇੰਟ ਹੈ ERP, ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ। ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ਤੋਂ ਭਾਵ ਹੈ ਕਿ ਕਸਟਮਰ ਦੇ ਇਹ ਇੱਕ ਪ੍ਰਚੂਨ ਵਪਾਰੀ ਵੱਲੋਂ ਵਰਤਿਆ ਗਈ ਪ੍ਰਣਾਲੀ ਹੈ ਜਿਸ ਦੇ ਵਿੱਚ ਕਸਟਮਰ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। CRM ਪ੍ਰਣਾਲੀ ਤੋਂ ਭਾਵ ਹੈ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਇਸ ਵਿੱਚ ਕੀ ਕੀਤਾ ਜਾਂਦਾ ਹੈ, ਕਸਟਮਰ ਨਾਲ ਸੰਬੰਧ ਬਣਾਏ ਜਾਂਦੇ ਹਨ ਤਾਂ ਕਿ ਉਹ ਲਾਇਲ ਹੋ ਸਕਣ ਪ੍ਰਚੂਨ ਵਪਾਰੀਆਂ ਦੇ ਨਾਲ। ਲਾਇਲ ਤੋਂ ਭਾਵ ਹੈ ਕਿ ਕਸਟਮਰ ਹੈ ਜਿਹੜੇ ਉਹ ਹਮੇਸ਼ਾ ਕੋਈ ਵੀ ਉਤਪਾਦ ਖਰੀਦਣ ਵੇਲੇ ਉਹ ਇੱਕ ਹੀ ਪ੍ਰਚੂਨ ਵਪਾਰੀ ਦੇ ਕੋਲ ਹੀ ਆਉਣ। ਅਗਲਾ ਜਿਹੜਾ ਟੌਪਿਕ ਹੈ ਸ਼ਾਪਿੰਗ ਮਾਲ ਵਿੱਚ ਪ੍ਰਵੇਸ਼ ਕਰਨਾ। ਸ਼ਾਪਿੰਗ ਮਾਲ ਵਿੱਚ ਪ੍ਰਵੇਸ਼ ਕਰਨ ਤੋਂ ਭਾਵ ਹੈ ਕਿ ਸ਼ਾਪਿੰਗ ਮਾਲ ਇੱਕ ਜਿਹੜਾ ਹੈ ਕਿ ਉਹ ਕਈ ਸਟੋਰ ਹੈ ਜਿਹੜੇ ਇੱਕ ਦੂਜੇ ਨਾਲ ਇਕੱਠੇ ਹੀ ਬਣੇ ਹੁੰਦੇ ਹਨ। ਇਹਨਾਂ ਵਿੱਚ ਜਿਹੜੀ ਖਰੀਦਦਾਰੀ ਕਰਨਾ ਉਹ ਆਸਾਨੀ ਹੁੰਦਾ ਹੈ ਕਿਉਂਕਿ ਇੱਕ ਹੀ ਛੱਤ ਹੇਠ ਹੈ ਜਿਹੜਾ ਉਹ ਸਾਰੇ ਹੀ ਸਟੋਰ ਉਪਲਬਧ ਹੁੰਦੇ ਹਨ ਅਤੇ ਅਲੱਗ-ਅਲੱਗ ਕਿਸਮਾਂ ਦੀਆਂ ਵਸਤੂਆਂ ਜਿਹੜੀਆਂ ਉਹ ਮੁਹੱਈਆ ਹੁੰਦੀਆਂ ਹਨ ਗਾਹਕਾਂ ਦੇ ਲਈ, ਤਾਂ ਜੋ ਉਪਭੋਗਤਾਵਾਂ ਦੀਆਂ ਜਿਹੜੀ ਜ਼ਰੂਰਤਾਂ ਜਿਹੜੀਆਂ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਜਿਹੜਾ ਸ਼ਾਪਿੰਗ ਮਾਲ ਹੈ ਉਸ ਦਾ ਇੱਕ ਮੁੱਖ ਲਾਭ ਇਹ ਹੈ ਕਿ ਗਾਹਕ ਆਪਣਾ ਕਾਫੀ ਸਮਾਂ ਬਚਾ ਕੇ ਕਈ ਤਰ੍ਹਾਂ ਦੀਆਂ ਵਸਤੂਆਂ ਨੂੰ ਇੱਕ ਹੀ ਥਾਂ ਤੋਂ ਪ੍ਰਾਪਤ ਕਰ ਲੈਂਦਾ ਹੈ। ਦੂਜਾ ਜਿਹੜਾ ਟੌਪਿਕ ਹੈ ਕਿ ਨਾਨ ਸਟੋਰ ਰਿਟੇਲਿੰਗ ਵਿੱਚ ਪ੍ਰਵੇਸ਼ ਕਰਨਾ। ਨਾਨ ਸਟੋਰ ਰਿਟੇਲਿੰਗ ਤੋਂ ਭਾਵ ਹੈ ਕਿ ਵਸਤੂਆਂ ਜਿਹੜੀਆਂ ਵੇਚਣ ਦੀ ਪ੍ਰਕਿਰਿਆ ਅਤੇ ਸੇਵਾਵਾਂ ਉਹ ਸਟੋਰ ਤੋਂ ਬਾਹਰ ਦਿੱਤੀਆਂ ਜਾਂਦੀਆਂ ਹਨ। ਮੀਨਸ ਕਿ ਉਹਦੇ ਲਈ ਕੋਈ ਬਿਲਡਿੰਗ ਵਗੈਰਾ ਦੇ ਵਿੱਚ ਵਪਾਰ ਨਹੀਂ ਕੀਤਾ ਜਾਂਦਾ। ਇਸ ਵਿੱਚ ਕੀ ਹੈ ਕਿ ਮੇਲ ਆਰਡਰ, ਕੈਟਾਲੌਗ ਸੇਲ ਜਾਂ ਟੈਲੀਫੋਨ ਵਿਕਰੀ ਰਾਹੀਂ ਜਿਹੜਾ ਹੈ ਕਿ ਗਾਹਕਾਂ ਨਾਲ ਪਹੁੰਚ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਵਸਤੂਆਂ ਅਤੇ ਸੇਵਾਵਾਂ ਵੇਚੀਆਂ ਜਾਂਦੀਆਂ ਹਨ। ਇਸ ਨੂੰ ਹੋਮ ਸ਼ਾਪਿੰਗ ਵੀ ਕਿਹਾ ਜਾਂਦਾ ਹੈ। ਇਹ ਇੱਕ ਬਹੁਤ ਹੀ ਵੱਡੇ ਬਾਜ਼ਾਰ ਦਾ ਰੂਪ ਧਾਰਨ ਕਰ ਰਹੀ ਹੈ। ਅਗਲਾ ਜਿਹੜਾ ਸਾਡਾ ਟੌਪਿਕ ਹੈ ਕਿ ਨਾਨ ਸਟੋਰ ਰਿਟੇਲਿੰਗ। ਨਾਨ ਸਟੋਰ ਰਿਟੇਲਿੰਗ ਅੱਗੇ ਉਸ ਨੂੰ ਦੋ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਨਾਨ ਸਟੋਰ ਰਿਟੇਲਿੰਗ ਨੂੰ, ਜਿਵੇਂ ਪ੍ਰਤੱਖ ਵਿਕਰੀ ਅਤੇ ਅਪ੍ਰਤੱਖ ਵਿਕਰੀ। ਪ੍ਰਤੱਖ ਵਿਕਰੀ ਤੋਂ ਭਾਵ ਇਹ ਹੈ ਕਿ ਇਸ ਵਿੱਚ ਜਿਹੜਾ ਸੇਲਜ਼ਮੈਨ ਹੈ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਵਸਤੂ ਨੂੰ ਵੇਚ ਰਿਹਾ ਹੈ ਪ੍ਰਚੂਨ ਵਪਾਰੀ, ਉਹ ਗਾਹਕਾਂ ਜਾਂ ਉਪਭੋਗਤਾ ਨਾਲ ਸਿੱਧੇ ਸੰਪਰਕ ਕਰਕੇ ਵਸਤੂਆਂ ਅਤੇ ਸੇਵਾਵਾਂ ਨੂੰ ਵੇਚਦਾ ਹੈ। ਇਸ ਨੂੰ ਆਪਾਂ ਡੋਰ ਟੂ ਡੋਰ ਵਿਕਰੀ ਵੀ ਕਿਹਾ ਜਾ ਸਕਦਾ ਹੈ। ਅਪ੍ਰਤੱਖ ਵਿਕਰੀ ਤੋਂ ਭਾਵ ਇਹ ਹੈ ਕਿ ਇਸ ਵਿੱਚ ਵਿਕਰੀ ਹੈ ਜਿਹੜੀ ਉਹ ਸੇਲਜ਼ਮੈਨ ਵੱਲੋਂ ਗਾਹਕਾਂ ਜਾਂ ਉਪਭੋਗਤਾਵਾਂ ਨੂੰ ਸਿੱਧੇ ਸੰਪਰਕ ਕਰਕੇ ਨਹੀਂ ਕੀਤਾ ਜਾਂਦਾ। ਇਸ ਵਿੱਚ ਗਾਹਕਾਂ ਨੂੰ ਕੈਟਾਲੌਗ ਭੇਜ ਕੇ ਜਾਂ TV ਵਗੈਰਾ ਦੇ ਉੱਤੇ ਕਹਿ ਲਓ ਕਿ ਉਤਪਾਦਾਂ ਦੀ ਪ੍ਰਦਰਸ਼ਨੀ ਕਰਕੇ ਗਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਵਸਤੂਆਂ ਜਾਂ ਸੇਵਾਵਾਂ ਆ ਕੇ ਖਰੀਦ ਸਕਣ। ਇਹ ਜਿਹੜਾ ਮਾਧਿਅਮ ਹੈ ਅਪ੍ਰਤੱਖ ਵਿਕਰੀ ਦਾ, ਉਹ ਇੱਕ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਗਾਹਕਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਇਹ ਸੀ ਸਾਡਾ ਸੈਸ਼ਨ 4। ਹੁਣ ਇਸ ਦੇ ਨਾਲ ਹੀ ਸਾਡਾ ਜਿਹੜਾ ਪੂਰਾ ਯੂਨਿਟ ਹੈ ਉਹ ਕੰਪਲੀਟ ਹੋ ਜਾਂਦਾ ਹੈ, ਯੂਨਿਟ 1। ਧੰਨਵਾਦ।